सतनाम श्री वाहिगुरु साहिब जीओ। जो तो प्रेम खेलन का चाओ, सिर तर तली गली मेरी आओ। इत मार्ग पैर तरीजै, सिर दीजै कान न कीजै। गगन दमामा बाजियो, फरियो निशाने कहाओ। खेत जो मांड्यो सूरमा, अब जूझन को दाओ। सूरा सो पहचानिए, जो लड़ै दीन के हेत। पुरजा पुरजा कट मरै, कबहू न छाड़ै खेत। धन जियो तेह को जग में, मुख ते हर चित में जुद विचारै। देह अनित न नित रहै, जस नाव चढ़ै पव सागर तारै। सूरा सो पहचानिए, जो लड़ै दीन के हेत। पुरजा पुरजा कट मरै, कबहू न छाड़ै खेत। सेवक की ओढ़क निभि परीत, जीवत साहब सेव्यो अपना। चलते राख्यो चीत, जीवत साहब सेव्यो अपना। चलते राख्यो चीत। धन धन सतगुरु सच्चे पातशाह श्री गुरु ग्रंथ साहिब जी महाराज। सतगुरु जी की साजी नवाजी। गुरु खालसा गुरु रूप गुरु प्यारी साध संगत जीओ। अज धन धन बाबा जोरावर सिंह जी, धन धन बाबा फतेह सिंह जी, धन धन माता गुजर कौर जी का शहीदी गुरपुरब है, जो बड़ी ही शरधा भावना दे नाल सरहिंद की धरती ते श्री फतेहगढ़ साहब मनाया जा रहा है। इस तरह ही अपने नगर पिंड मल्लू नंगल ਦੀਆਂ ਸੰਗਤਾਂ भी हर साल की तरह संगत के सहयोग नाल उन्हां महान शहीदों का पावन पवित्र दिहाड़ा मनाउंदियां आ रही कुछ समय तो। साध संगत जीओ, धन धन सतगुरु श्री गुरु गोबिंद सिंह जी महाराज सच्चे पातशाह। गुरु भी होवे तेहो जिहा होवे, गुरु जी की लोड़ होवे, गुरु अजिहा होवे जैसे दशमेश पिता माता गुजरी दे लाल जी वार परवार चों बच्चियां को हाय देवै। देश कौम वास्ते बाल वाल जी। ऐसे दीन दयाल सतगुरु श्री गुरु गोबिंद सिंह महाराज सच्चे पातशाह जी ने साध संगत जी अपने वड्डे सपुत्र वड्डे साहिबजादे धन धन बाबा जुझार सिंह जी, जिन्हां दी उम्र 16 साल सी उस वेले। धन धन बाबा जुझार सिंह जी, धन धन बाबा अजीत सिंह जी, जिन्हां ने धर्म की नींह कायम रखण वास्ते धर्म नहीं त्याग्या ते अपना बलिदान दिता सच्चे पातशाह जी के बचना करके। ते श्री चमकौर साहब विखे बड़ा भारी जंग किया। इस तरह ही महाराज सच्चे पातशाह जी ने जिथे होरना सिंघां की शहीदी दिती है, उथे अपने जिगर के टोटे भी महाराज जी ने कौम के वास्ते बलिदान दे के साध संगत धर्म नूं बचाया है। धर्म के नाल नाल सच्चे पातशाह जी ने अपने लालां दे ताई वार के होरनां दे लालां नूं महाराज ने बचाउणा कीता। ऐसे सतगुरु दीन दयाल हन। जदों कि सरहंद का सूबेदार सी जो वजीर खान,
ਜਿਸ ਨੇ ਗੁਰੂ ਪਾਸੋਂ ਨਿਰਮੋਹਗੜ੍ਹ ਦੀ ਜੰਗ ਵਿੱਚ ਹਾਰ ਖਾਧੀ ਸੀ। ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਨੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਉਹਨਾਂ ਦਾ ਬਲੀਦਾਨ ਦੇ ਕੇ ਮਹਾਰਾਜ ਜੀ ਨੇ ਧਰਮ ਨੂੰ ਕਾਇਮ ਰੱਖਿਆ। ਆਪਣੇ ਪੁੱਤਰਾਂ ਦਾ ਪਿਆਰ ਨਹੀਂ ਕੀਤਾ। ਸਾਧ ਸੰਗਤ ਜੀ, ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਦਿਹਾੜਾ ਆਪਾਂ ਮਨਾ ਰਹੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 31 ਸਾਲ ਜੋ ਆਪਣੇ ਸਰੀਰ ਵਿੱਚ ਰਹਿੰਦਿਆਂ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਸੰਭਾਲੇ ਹੈ। 31 ਸਾਲ ਪਹਾੜੀ 22 ਧਾਰ ਦੇ ਰਾਜਿਆਂ ਨਾਲ ਜੰਗ ਹੁੰਦਾ ਰਿਹਾ। ਜਿੰਨੀ ਵਾਰ ਵੀ ਉਹਨਾਂ ਨੇ ਜੰਗ ਕੀਤੀ ਉਹਨਾਂ ਨੂੰ ਹਾਰ ਹੀ ਖਾਣੀ ਪਈ। ਸਤਿਗੁਰੂ ਨੂੰ ਹਰਾ ਨਹੀਂ ਸਕੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੇ ਨਾਲ ਔਰੰਗਜ਼ੇਬ ਦੇ ਸੂਬੇ ਵੀ ਜਿਹੜੇ ਲੜਦੇ ਰਹੇ ਹੈ। ਲਾਹੌਰ ਤੋਂ ਆ ਕੇ ਪਿਸ਼ੌਰ ਤੋਂ ਵਜ਼ੀਰ ਖਾਨ ਹੋਣੀ, ਅਖੀਰੀ ਵਜ਼ੀਰ ਖਾਨ ਹੋਣੀ ਨਿਰਮੋਹਗੜ੍ਹ ਦੀ ਜੰਗ ਵਿੱਚ ਹਾਰ ਖਾ ਕੇ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਤੇ ਰਾਤੋਂ ਰਾਤ ਨਿਕਲ ਗਏ ਸਨ। ਹੋਰ ਵੀ ਪਿੰਡਾਂ ਵਾਲੇ ਵੀ ਮਹਾਰਾਜ ਨਾਲ ਜੰਗ ਕਰਦੇ ਰਹੇ ਹੈ। ਜਿਵੇਂ ਜਮਤੱਲੇ ਭਾਊ ਵਰਗੇ, ਜਿਨ੍ਹਾਂ ਦੀ ਕਬਰ ਹੁਣ ਨਿਹੰਗ ਸਿੰਘ ਆਨੰਦਪੁਰ ਸਾਹਿਬ ਜਾ ਕੇ ਕੁੱਟਦੇ ਹਨ, ਉਹਨਾਂ ਨੇ ਵੀ ਹਾਰ ਖਾਧੀ। ਭੀਮ ਚੰਦ ਵਰਗੇ ਵੀ ਸਤਿਗੁਰੂ ਜੀ ਨਾਲ ਜੰਗ ਕਰਦੇ ਰਹੇ ਹੈ ਤੇ ਜੰਗ ਕਰਕੇ ਹਾਰ ਖਾ ਕੇ ਮੰਨਦੇ ਰਹੇ ਹੈ। ਜਿੰਨੀ ਵਾਰ ਵੀ ਭੀਮ ਚੰਦ ਹੋਣੀ ਜਿਹੜੇ ਹੈ ਵਿਗੜੇ ਹੈ, ਉਨੀ ਵਾਰ ਸਾਧ ਸੰਗਤ ਨੂੰ ਹਾਰ ਹੀ ਖਾਣੀ ਪਈ ਸੀ ਸਤਿਗੁਰੂ ਪਾਸੋਂ। ਅਖੀਰੀ ਭੰਗਾਣੀ ਦੇ ਯੁੱਧ ਤੋਂ ਬਾਅਦ ਜਿੰਨੇ ਵੀ ਸਤਿਗੁਰੂ ਜੀ ਨੇ ਜੰਗ ਕੀਤੇ, ਸਾਰੇ ਜੰਗਾਂ ਮਹਾਰਾਜ ਨੇ ਜਿੱਤੀਆਂ ਸਨ। ਅਖੀਰੀ ਜਦੋਂ ਅਨੰਦਪੁਰ ਸਾਹਿਬ ਨੂੰ 8 ਮਹੀਨੇ ਘੇਰਾ ਪਿਆ ਰਿਹਾ, ਉਸ ਵੇਲੇ ਮਹਾਰਾਜ ਜੀ ਪਾਸ 1700 ਸਿੰਘ ਹੀ ਰਹਿ ਗਿਆ ਸੀ। ਜਿਨ੍ਹਾਂ ਸਿੰਘਾਂ ਨੇ ਬੜੀ ਸਾਧ ਸੰਗਤ ਦੀ ਭੁੱਖ ਦਾ ਕਸ਼ਟ ਕੱਟਿਆ। ਇੱਥੋਂ ਤੱਕ ਹਾਲਤ ਹੋ ਗਈ ਸੀ, ਬ੍ਰਿਛਾਂ ਦੇ ਜਿਹੜੇ ਆ ਛਿੱਲੜਾਂ ਉਖਾੜ ਉਖਾੜ ਕੇ ਬਾਲ ਕੇ ਸਿੰਘਾਂ ਨੇ ਛਕੀਆਂ। ਤੇ 8 ਮਹੀਨੇ ਯੁੱਧ ਕਰਦਿਆਂ ਕਰਦਿਆਂ 1000 ਸਿੰਘ ਹੋਰ ਸ਼ਹੀਦ ਹੋ ਗਿਆ ਸੀ। ਜੇ ਕੇਸਰੀ ਚੰਦ ਵਰਗੇ ਮਹਾਰਾਜ ਜੀ ਉੱਪਰ ਚੜ੍ਹਾਈ ਕਰਕੇ ਆਏ, ਉਹ ਵੀ ਆਪਣਾ ਜਿਹੜਾ ਜੰਗੀ ਹਾਥੀ ਲੈ ਕੇ ਆਏ ਸੀ, ਜਿਹੜਾ 1,57,000 ਫੌਜ ਨੂੰ ਚੀਰਨ ਵਾਲਾ। ਅਖੀਰੀ ਸਾਧ ਸੰਗਤ ਜੀ, ਉਹ ਵੀ ਇਹਨਾਂ ਦੇ ਉਲਟਾ ਪਿਆ ਸੀ ਜਦੋਂ ਭਾਈ ਬਚਿੱਤਰ ਸਿੰਘ ਨੇ ਉਹਦੇ ਨੇਜਾ ਮਾਰਿਆ ਸੀ ਹਾਥੀ ਦੇ ਮੱਥੇ ਵਿੱਚ। ਇਸ ਪ੍ਰਕਾਰ ਜਿੰਨੀਆਂ ਜੰਗਾਂ ਹੋਈਆਂ ਮਹਾਰਾਜ ਜਿੱਤਦੇ ਰਹੇ, ਇਹਨਾਂ ਦੀ ਕੋਈ ਪੇਸ਼ ਨਾ ਚੱਲੀ। 8 ਮਹੀਨੇ ਜਦੋਂ ਘੇਰਾ ਪਿਆ ਹੈ, ਉਸ ਵੇਲੇ ਮਹਾਰਾਜ ਜੀ ਦੇ 700 ਸਿੰਘ ਰਹਿ ਗਿਆ, 1000 ਸਿੰਘ ਫਿਰ ਸ਼ਹੀਦ ਹੋ ਗਿਆ ਸੀ। ਜਦੋਂ ਸਿੰਘਾਂ ਵਿੱਚ ਧੀਰਜ ਨਾ ਰਹੀ, ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਹੁਣ ਨਹੀਂ ਹੀ ਰਹਿ ਸਕਦੇ ਹਾਂ। ਮਾਤਾ ਸਾਹਿਬ ਜੀ ਦੀ ਨਾਲ ਸਹਿਮਤੀ ਨਾਲ ਮਾਤਾ ਸਾਹਿਬ ਜੀ ਪਾਲਕੀ ਸਾਹਿਬ ਵਿੱਚ ਸਾਹਿਬਜ਼ਾਦਿਆਂ ਨੂੰ ਚੜ੍ਹਾ ਲਿਆ, ਛੋਟੇ ਸਾਹਿਬਜ਼ਾਦਿਆਂ ਨੂੰ। 700 ਸਿੰਘ ਵੀ ਤਿਆਰ ਹੋ ਗਿਆ ਸੀ ਮਹਾਰਾਜ ਜੀ ਦੇ ਪਹਿਲਾਂ ਹੀ ਪੁੱਛਣ ਤੋਂ। ਫਿਰ ਮਹਾਰਾਜ ਜੀ ਨੇ ਸਾਰਿਆਂ ਦੇ ਕਹਿਣੇ ਕਰਕੇ ਇੱਥੋਂ ਚੱਲਣਾ ਹੀ ਠੀਕ ਸਮਝਿਆ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਹਿਬ ਜੀ ਦੇ ਸਥਾਨ 'ਤੇ ਜਾ ਕੇ ਅਰਦਾਸਾ ਕੀਤਾ। ਭਾਈ ਗੁਰਬਖਸ਼ ਨਾਮੇ ਸਿੱਖ ਨੂੰ ਉੱਥੇ ਦੀਆ ਬੱਤੀ ਕਰਨ ਵਾਸਤੇ ਮਹਾਰਾਜ ਛੱਡ ਕੇ ਕਹਿ ਗਏ ਕਿ ਭਾਈ ਵੇਖ, ਇੱਕ ਜਿਹੜੀ ਹੈ ਅਨਾਜ ਦੀ ਗੱਡੀ ਪੂਰੀ ਭਰੀ ਹੋਈ ਹੈ, ਤੂੰ ਛਕਦਾ ਛਕਾਉਂਦਾ ਰਹੀ, ਕੋਈ ਤੋਟ ਨਹੀਂ ਆਵੇਗੀ। ਇਸ ਤਰ੍ਹਾਂ ਸਤਿਗੁਰੂ ਚੱਲਦੇ ਚੱਲਦੇ ਮਹਾਰਾਜ ਜਦੋਂ ਤਿਆਰਾ ਕੀਤਾ, 6 ਪੋਹ ਦੀ ਰਾਤ ਵਾਲੇ ਦਿਨ ਅੰਮ੍ਰਿਤ ਵੇਲੇ ਸਰਹੰਦ ਦੇ ਜਿਹੜੇ ਕੋਲ ਸਤਿਗੁਰੂ ਮਹਾਰਾਜ ਇੱਧਰ ਪਰਿਵਾਰ ਵਿਛੋੜੇ ਕੋਲ ਪਹੁੰਚੇ ਹਨ। ਇੱਥੋਂ ਤੱਕ ਸਤਿਗੁਰੂ ਆਪਣਾ ਸਾਰਾ ਹੀ ਪਰਿਵਾਰ ਲੈ ਆਏ ਸੀ। ਮੁਗਲ ਇਸੇ ਤਰ੍ਹਾਂ ਪਹਾੜੀ ਰਾਜਾਂ ਦੀ ਜਿਹੜੀ ਫੌਜ ਬੇਅੰਤ ਸੀ, 9 ਲੱਖ ਦੇ ਕਰੀਬ, ਉਹਨਾਂ ਪਿੱਛਾ ਕੀਤਾ। ਇੱਥੇ ਬੜਾ ਭਾਰੀ ਜੰਗ ਸਾਧ ਸੰਗਤ ਜੀ ਹੋਇਆ ਹੈ। 700 ਸਿੰਘ ਮਹਾਰਾਜ ਜੀ ਨਾਲ ਸੀ, ਉਹ 700 ਸਿੰਘ ਸ਼ਹੀਦ ਹੋਇਆ। ਇੱਥੇ ਹੀ ਆਸਾ ਦੀ ਵਾਰ ਦਾ ਕੀਰਤਨ ਮਹਾਰਾਜ ਸਾਹਿਬ ਜੀ ਨੇ ਕੀਤਾ। ਤੇ ਨਾਲ ਇਹ ਜਦੋਂ ਠੇਕੇਦਾਰਾਂ ਨੇ ਪੁਲ ਬਣਾਇਆ, ਸੜਕਾਂ ਕੱਢੀਆਂ ਸੀ ਉਸ ਵੇਲੇ ਨਦੀ ਦੇ ਉੱਪਰ, ਉਦੋਂ ਜਿਹੜੇ ਸਿੰਘ ਸਨ ਉਹਨਾਂ ਦੀਆਂ ਲੋਥਾਂ ਉੱਥੋਂ ਸਾਬਤ ਨਿਕਲੀਆਂ ਸਨ।
ਜਿਹਦੀ ਯਾਦ ਵਿੱਚ ਪਰਿਵਾਰ ਵਿਛੋੜੇ ਵਾਲਾ ਸਥਾਨ ਬਣਿਆ। ਜਿਸ ਮਹਾਰਾਜ ਦੇ ਕੋਈ ਅੜ ਨਾ ਸਕਿਆ, ਗੁਰੂ ਸਾਹਿਬ ਜੀ ਦੇ ਤੀਰਾਂ ਦੀ ਵਾਛੜ ਕਰਕੇ 3-3 ਕੋਹ ਆਨੰਦਪੁਰ ਸਾਹਿਬ ਤੋਂ ਪਿੱਛੇ ਬੈਠੇ ਰਹੇ ਵਜ਼ੀਰ ਖਾਨ ਹੋਣੀ। ਇੱਕ ਦਿਨ ਦੀ ਗੱਲ, ਸਤਿਗੁਰੂ ਮਹਾਰਾਜ ਨੇ ਤੀਰ ਐਸਾ ਮਾਰਿਆ, ਇਹ ਜੇਰ ਦਸਤ ਲਾਹੌਰ ਦਾ ਤੇ ਵਜ਼ੀਰ ਖਾਨ ਸਰਹੰਦ ਦਾ, ਇਹ ਦੋਵੇਂ ਹੀ ਚੌਪੜ ਦਾ ਖੇਡ ਖੇਡ ਰਹੇ ਸਨ। ਮਹਾਰਾਜ ਦਾ ਤੀਰ ਜਦੋਂ ਪਲੰਘ ਜਾ ਕੇ ਵੱਜਾ, ਦੋਵੇਂ ਬੁੜਕ ਕੇ ਜਿਹੜੇ ਥੱਲੇ ਡਿੱਗੇ। ਉਸ ਵੇਲੇ ਵਜ਼ੀਰ ਖਾਨ ਕਹਿਣ ਲੱਗਾ ਵੀ ਗੁਰੂ ਕਰਾਮਾਤੀ ਹੈ ਲੱਗਦਾ। ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਜੀ ਫਿਰ ਦੂਸਰਾ ਤੀਰ ਮਾਰਿਆ। ਦੁਆਬੇ ਦੇ ਇਲਾਕੇ ਵਿੱਚ ਸਥਾਨ ਬਣਿਆ ਹੋਇਆ 7 ਮੀਲ ਦੀ ਵਿੱਥ ਤੇ, ਉੱਥੇ ਹੀ ਇਹ ਬੈਠੇ ਹੋਏ ਸਨ। ਉਹ ਤੀਰ ਦੇ ਵਿੱਚ ਪੱਤਰ ਮਹਾਰਾਜ ਨੇ ਭੇਜਿਆ, ਜਿਸ 'ਚ ਲਿਖਿਆ ਸੀ ਵਜ਼ੀਰਿਆ ਇਹ ਕਰਾਮਾਤ ਨਹੀਂ, ਇਹ ਸਾਡੀ ਕਸਰਤ ਹੈ, ਕਸਰਤ। ਇਹ ਕਸਰਤ ਨਾਲ ਹੀ ਤੀਰ ਮਾਰਿਆ, ਕੋਈ ਕਰਾਮਾਤ ਨਹੀਂ ਕੀਤੀ। ਐਸੇ ਮਹਾਰਾਜ ਅੱਗੇ ਜਿਨ੍ਹਾਂ ਦਾ ਜ਼ੋਰ ਨਾ ਚੱਲ ਸਕਿਆ। ਇਸ ਸਮੇਂ ਦੀ ਹਕੂਮਤ ਸਤਿਗੁਰੂ ਨੂੰ ਝੁਕਾਉਣਾ ਚਾਹੁੰਦੀ ਸੀ। ਸਰਹੰਦ ਦੇ ਮਹਾਰਾਜ ਦੇ ਸਾਹਿਬਜ਼ਾਦਿਆਂ ਨਾਲ ਕਹਿਰ ਕੀਤਾ। ਜਦੋਂ ਪਰਿਵਾਰ ਵਿਛੋੜਿਆ, ਸਾਧ ਸੰਗਤ ਜੀ ਪਰਿਵਾਰ ਸਾਰਾ ਪਹੁੰਚਿਆ ਸਿੰਘਾਂ ਦੇ ਸਮੇਤ। ਇੱਥੇ ਸਤਿਗੁਰੂ ਜੀ ਦਾ ਪਰਿਵਾਰ ਜਿਹੜਾ ਹੈ ਖੇਰੂ ਖੇਰੂ ਹੋਇਆ ਹੈ। ਤੇ ਮਹਾਰਾਜ ਜੀ ਆਪ ਜੀ ਕੋਟਲਾ ਨਿਹੰਗ ਵੱਲ ਨੂੰ ਸਿੰਘਾਂ ਦੇ ਸਮੇਤ ਚਲੇ ਗਏ ਸਨ। ਇੱਥੇ ਸਾਹਿਬਜ਼ਾਦੇ ਛੋਟੇ, ਮਾਤਾ ਗੁਜਰੀ ਜੀ, ਇੱਥੇ ਵਿਛੋੜਾ ਹੋਇਆ ਹੈ। ਇੱਕ ਖੱਚਰ ਦੇ ਉੱਪਰ ਮਾਤਾ ਸਾਹਿਬ ਜੀ ਦੇ ਜਿਹੜੇ ਧਨ ਦੀ ਖੁਰਚੀ ਲੱਦੀ ਹੋਈ ਸੀ। ਬੜਾ ਜਿਹੜਾ ਭਿਆਨਕ ਸਮਾਂ ਸੀ, ਠੰਡ ਬਹੁਤ ਪੈ ਰਹੀ ਹੈ। ਮਾਤਾ ਸਾਹਿਬ ਜੀ ਤੋਂ ਚੱਲ ਕੇ ਇੱਥੇ ਵਿਛੋੜਾ ਹੋਇਆ, ਚੱਲੇ ਹਨ। ਰਾਤ ਦਾ ਸਮਾਂ ਹੋਇਆ। ਰਸਤੇ ਵਿੱਚ ਗੁਰੂ ਘਰ ਦਾ ਸ਼ਰਧਾਲੂ ਬਾਬਾ ਕੁੰਮੀ ਜਿਹੜਾ ਮਾਸਕੀ ਸੀ, ਕੁੰਮਾ ਮਾਸਕੀ, ਉਸ ਨੇ ਮਾਤਾ ਸਾਹਿਬ ਜੀ ਨੂੰ ਬੇਨਤੀ ਕੀਤੀ, ਮਾਤਾ ਸਾਹਿਬ ਜੀ ਮੇਰੇ ਘਰ ਅੱਜ ਰੁਕੋ ਆਪ ਜੀ। ਮਾਤਾ ਸਾਹਿਬ ਜੀ ਕਹਿਣ ਲੱਗੇ ਵੇਖ ਭਾਈ, ਇਹ ਸਮੇਂ ਦੀ ਹਕੂਮਤ ਸਾਡੇ ਪਿੱਛੇ ਲੱਗੀ, ਤੇਰਾ ਨੁਕਸਾਨ ਹੋਵੇਗਾ। ਕਹਿਣ ਲੱਗਾ ਮਾਤਾ ਜੀ ਸਭ ਕੁਝ ਤੁਹਾਡਾ ਹੀ ਦਿੱਤਾ, ਤੁਸੀਂ ਮੇਰੇ ਘਰ ਰੁਕੋ ਅੱਜ ਰਾਤ। ਉਸ ਵੇਲੇ ਬੜੀ ਉਹਨੇ ਸੇਵਾ ਕੀਤੀ। ਇੱਕ ਮਾਤਾ ਲక్ష్ਮੀ ਸੀ ਬ੍ਰਾਹਮਣੀ ਵਿਧਵਾ, ਉਸ ਨੇ ਮਾਤਾ ਜੀ ਨੂੰ ਬੇਨਤੀ ਕਰਕੇ ਸਾਹਿਬਜ਼ਾਦੇ ਨੂੰ ਭੋਜਨ ਪ੍ਰਸ਼ਾਦਾ ਛਕਾਇਆ ਉਸ ਦਿਨ। ਇਹ 7 ਪੋਹ ਦੀ ਰਾਤ ਵਾਲੀ ਗੱਲ ਹੈ। ਫਿਰ 8 ਪੋਹ ਵਾਲੇ ਦਿਨ ਚੜ੍ਹੇ ਜਿਹੜਾ ਹੈ ਗੰਗੂ, ਜੋ ਗੁਰੂ ਘਰ ਦਾ ਮਸੰਦ ਰਿਹਾ ਕੁਝ ਸਮਾਂ। ਕਈ ਨੂੰ ਰਸੋਈਆ ਲਿਖਦੇ, ਪਰ ਮਸੰਦ ਲਿਖਿਆ ਹੋਇਆ ਇਤਿਹਾਸ ਦੇ ਵਿੱਚ। ਇਹ ਆਇਆ ਮਾਤਾ ਜੀ ਸਾਹਿਬ ਜੀ ਪਾਸ, ਕਹਿਣ ਲੱਗਾ ਮਾਤਾ ਜੀ ਤੁਸੀਂ ਮੇਰੇ ਨਾਲ ਚੱਲੋ, ਤੁਹਾਡਾ ਆਪਣੇ ਘਰ ਹੈ। ਮਾਤਾ ਸਾਹਿਬ ਜੀ ਕਹਿਣ ਲੱਗੇ ਵੇਖ ਗੰਗਿਆ ਤੈਨੂੰ ਸਭ ਕੁਝ ਪਤਾ ਹੈ। ਕਹਿੰਦਾ ਨਹੀਂ ਮਾਤਾ ਜੀ ਤੁਹਾਡਾ ਆਪਣੇ ਘਰ, ਮੇਰੇ ਨਾਲ ਚੱਲੋ ਤੁਸੀਂ। ਇਹ ਹੁਣ ਨਹੀਂ ਵੇਲਾ ਸੇਵਾ ਦਾ, ਕਦੋਂ ਵੇਲਾ ਹੈ। ਮਾਤਾ ਸਾਹਿਬ ਜੀ ਨੂੰ ਨਾਲ ਲੈ ਕੇ ਸਾਧ ਸੰਗਤ ਜੀ ਚਲਿਆ ਗਿਆ ਉੱਥੇ। ਇਹ ਆਪਣੇ ਸਹੇੜੀ ਪਿੰਡ, ਜਿਹਨੂੰ ਖੇੜੀ ਪਿੰਡ ਵੀ ਕਿਹਾ ਜਾਂਦਾ ਹੈ, ਜਦੋਂ ਆਪਣੇ ਘਰ ਲੈ ਕੇ ਗਿਆ, ਇਹਨੇ ਧਨ ਦੀ ਖੁਰਚੀ ਵੇਖ ਲਈ ਜੋ 1 ਲੱਖ ਰੁਪਏ ਦੀ ਕੀਮਤ ਵਾਲੀ ਸੀ, ਜਿਹਦੇ ਵਿੱਚ 1 ਲੱਖ ਰੁਪਏ ਟਕਾ ਭਰਿਆ ਹੋਇਆ ਸੀ। ਇਹ ਵੇਖ ਕੇ ਬੇਈਮਾਨ ਹੋ ਗਿਆ। ਇਹ ਸ਼ਾਮ ਦੇ ਵੇਲੇ ਪਹੁੰਚੇ ਹੈ। ਮਾਤਾ ਆਪਣੇ ਘਰ ਜਾਂਦਿਆਂ ਹੀ, ਜਿਸ ਦਾ ਨਾਂ ਸੋਭੀ ਸੀ ਇਹਦੀ ਮਾਤਾ ਦਾ ਨਾਮ, ਮਾਤਾ ਜੀ ਨੂੰ ਕਹਿਣ ਲੱਗਾ ਮਾਤਾ ਜੀ ਅੱਜ ਖਾਣੇ ਵਿੱਚ ਜ਼ਹਿਰ ਮਿਲਾ ਦਿਓ ਤਾਂ ਜੋ ਧਨ ਸਾਡੇ ਕੋਲ ਰਹਿ ਸਕੇ ਇਹਨਾਂ ਬੱਚਿਆਂ ਦਾ। ਉਸ ਵੇਲੇ ਇਹ ਮਾਤਾ ਜੀ ਕਹਿਣ ਲੱਗੀ ਵੇਖ ਪੁੱਤਰ, ਮੇਰੇ ਕੋਲ ਪਾਪ ਨਹੀਂ ਹੋ ਸਕਦਾ, ਮੈਂ ਪਾਪ ਨਹੀਂ ਕਰ ਸਕਦੀ ਹਾਂ। ਜਿਸ ਗੁਰੂ ਘਰ ਦਾ ਖਾਧਾ ਆਪਾਂ ਨਹੀਂ ਉਹਦੇ ਨਾਲ ਪਾਪ ਕਰ ਸਕਦੇ। ਇਹ ਗੰਗੂ ਬ੍ਰਾਹਮਣ ਮਾਤਾ ਸਾਹਿਬ ਜੀ ਵੱਲ ਦੇਖ ਦੇਖ ਕੇ ਤੇ ਉਧਰ ਹੀ ਘੂਰੀਆਂ ਵੱਢਦਾ, ਆਪਣੀ ਘਰ ਵਾਲੀ ਨੂੰ ਤੇ ਆਪਣੀ ਮਾਤਾ ਨੂੰ ਵੀ। ਅਖੀਰੀ ਰਾਤ ਦਾ ਸਮਾਂ ਹੋਇਆ, ਜਦੋਂ ਮਾਤਾ ਸਾਹਿਬ ਜੀ ਥੋੜ੍ਹੇ ਆਲਸ ਵਿੱਚ ਥੱਕੇ ਟੁੱਟੇ ਸਨ। ਦੋਨੋਂ ਸਾਹਿਬਜ਼ਾਦੇ ਦੋਨੋਂ ਗੋਡਿਆਂ ਨਾਲ ਲਾਏ ਹੋਏ ਮਾਤਾ ਸਾਹਿਬ ਜੀ ਨੇ। ਇਹਨੇ ਜਾਣਿਆ ਕਿ ਮਾਤਾ ਸਾਹਿਬ ਜੀ ਆਲਸ ਵਿੱਚ ਹੈ। ਉਸ ਵੇਲੇ ਧਨ ਦੀ ਖੁਰਚੀ ਚੁੱਕ ਕੇ ਜੋ 1 ਲੱਖ ਰੁਪਏ ਦੀ ਕੀਮਤ ਵਾਲੀ ਸੀ, ਸਾਧ ਸੰਗਤ ਜੀ ਆਪਣੇ ਦੂਸਰੇ ਮਕਾਨ ਵਿੱਚ ਲੁਕਾ ਆਇਆ। ਫਿਰ ਇਹਦੇ ਮਨ 'ਚ ਆਈ ਕਿਤੇ ਮੈਂ ਪਕੜਿਆ ਨਾ ਜਾਵਾਂ। ਇਹ ਧਨ ਫੜ ਕੇ ਘਰ ਦੇ ਪਾਸ ਹੀ ਜਿਹੜੀ ਨੀਵੀਂ ਜੀ ਥਾਂ, ਉੱਥੇ ਇਹਨੇ ਰੱਖ ਕੇ ਦੱਬ ਦਿੱਤੀ। ਧਨ ਰੱਖ ਕੇ ਆ ਕੇ ਰੌਲਾ ਪਾਉਣ ਲੱਗ ਪਿਆ, ਚੋਰ ਚੋਰ ਚੋਰ। ਮਾਤਾ ਸਾਹਿਬ ਜੀ ਕਹਿਣ ਲੱਗੇ ਵੇਖ ਗੰਗੂ ਇੱਥੇ ਆ ਤਾਂ ਕੋਈ ਨਹੀਂ ਭਾਈ, ਚੋਰ ਕਿੱਥੇ ਹੈ। ਕਹਿਣ ਲੱਗਾ ਮਾਤਾ ਚੋਰ ਧਨ ਲੈ ਗਏ, ਮੈਨੂੰ ਨਹੀਂ ਪਤਾ ਧਨ ਕਿੱਥੇ ਲੈ ਗਏ ਹੈ। ਮਾਤਾ ਸਾਹਿਬ ਜੀ ਕਹਿਣ ਲੱਗੇ ਦੇਖ ਗੰਗੂ ਧਨ ਦੀ ਕੋਈ ਪਰਵਾਹ ਨਹੀਂ, ਤੂੰ ਰੌਲਾ ਨਾ ਪਾ, ਤੂੰ ਸ਼ਾਂਤੀ ਕਰ ਥੋੜ੍ਹੀ।
ਇਹ ਕਹਿਣ ਲੱਗਾ ਮਾਤਾ ਫਿਰ ਤੁਸੀਂ ਮੈਨੂੰ ਚੋਰ ਬਣਾਓਗੇ, ਇਸ ਕਰਕੇ ਮੈਂ ਨਹੀਂ ਮੰਨਦਾ ਹਾਂ। ਇਹ ਫਿਰ ਉੱਚੀ ਉੱਚੀ ਕਹਿਣ ਲੱਗ ਪਿਆ ਚੋਰ ਚੋਰ ਚੋਰ। ਇਸ ਤਰ੍ਹਾਂ ਕਹਿ ਕੇ ਇਹਨੇ ਲੋਕ ਇਕੱਠੇ ਕਰ ਲਏ ਸਾਧ ਸੰਗਤ ਜੀ ਰਾਤੋਂ ਰਾਤ। ਕਿੰਨੇ ਦਿਨ ਚੜੇ, ਕਹਿਣ ਲੱਗਾ ਮੈਨੂੰ ਨਾ ਇਹ ਚੋਰ ਬਣਾਉਣ, ਮਨ 'ਚ ਬੇਈਮਾਨੀ ਸੀ ਵੀ ਮੇਰੇ ਕੋਲ ਧਨ ਰਹਿ ਜਾਏਗਾ। ਜਿਸ ਕਰਕੇ ਸਾਧ ਸੰਗਤ ਜੀ ਮੋਰਿੰਡੇ ਚਲਾ ਗਿਆ ਪਿੰਡ ਦੇ ਨੰਬਰਦਾਰ ਨੂੰ ਲੈ ਕੇ, ਜਿੱਥੋਂ ਦੇ ਥਾਣੇਦਾਰ ਸਨ ਜਾਨੀ ਖਾਂ ਮਾਨੀ ਖਾਂ। ਉਹਨਾਂ ਕੋਲ ਜਾ ਕੇ ਕਹਿਣ ਲੱਗਾ ਕਿ ਆਓ ਘਰ ਚੋਰੀ ਹੋ ਗਈ ਹੈ, ਬਹਾਨੇ ਨਾਲ ਲੈ ਆਇਆ। ਜਦੋਂ ਘਰ ਲਿਆ ਕੇ ਦਿਖਾਇਆ, ਕਹਿੰਦਾ ਮਾਤਾ ਸਾਹਿਬ ਜੀ ਗੁਰੂ ਕੇ ਤੇ ਜਿਹੜੇ ਛੋਟੇ ਸਾਹਿਬਜ਼ਾਦੇ ਮੇਰੇ ਪਾਸ ਹਨ। ਇਹ ਦਿਖਾ ਕੇ ਉਹਨਾਂ ਨੂੰ ਵਿੱਚੋਂ ਵਿੱਚ ਹੀ ਕਹਿਣ ਲੱਗਾ ਮੈਨੂੰ ਇਨਾਮ ਵੀ ਨਵਾਬ ਸਾਹਿਬ ਕੋ ਦਿਵਾਇਓ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਨੇ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਬੰਦੀ ਕਰਵਾ ਦਿੱਤਾ। ਤੇ ਜਦੋਂ ਰਥ ਦੇ ਵਿੱਚ ਚੜਾ ਕੇ ਜਾਨੀ ਖਾਂ ਮਾਨੀ ਖਾਂ ਲੈ ਕੇ ਚੱਲੇ ਸਾਹਿਬਜ਼ਾਦਿਆਂ ਨੂੰ, ਮਾਤਾ ਸਾਹਿਬ ਜੀ ਨੂੰ ਜਦੋਂ ਰਥ ਤੇ ਚਲੇ ਜਾ ਰਹੇ ਆ, ਲੋਕ ਵੇਖ ਵੇਖ ਕੇ ਅਨੁਮਾਨ ਲਾਉਂਦੇ ਆ, ਕਹਿੰਦੇ ਇਵੇਂ ਲੱਗਦੇ ਆ ਜਿਵੇਂ ਸ਼੍ਰੀ ਰਾਮ ਚੰਦਰ ਭਗਵਾਨ ਤੇ ਲਛਮਣ ਦੀ ਜੋੜੀ ਆ ਰਹੀ ਹੈ। ਕੁਝ ਵੇਖ ਕੇ ਕਹਿੰਦੇ ਆ ਨਹੀਂ ਇਹ ਕ੍ਰਿਸ਼ਨ ਦੇ ਬਲਭੱਦਰ ਦੀ ਜੋੜੀ ਆ ਰਹੀ ਹੈ, ਦੋਨਾਂ ਭਰਾਵਾਂ ਦੀ। ਇਸ ਤਰ੍ਹਾਂ ਸਾਧ ਸੰਗਤ ਜੀ ਬੜੇ ਅਨੁਮਾਨ ਲਾ ਰਹੇ ਲੋਕ। ਜਿਹੜੇ ਸਾਹਿਬਜ਼ਾਦਿਆਂ ਨੂੰ ਵੇਖ ਰਹੇ ਉਹਨਾਂ ਦੇ ਚਿੱਤ ਮੋਹੇ ਜਾ ਰਹੇ ਹੈ, ਉਹਨਾਂ ਦੇ ਮਨ ਮੋਹੇ ਜਾ ਰਹੇ, ਉਹ ਉੱਥੇ ਆਕਰਸ਼ਿਤ ਹੋ ਰਹੇ। ਉਹਨਾਂ ਕੋਲ ਸਰੂਪ ਦਾ ਪ੍ਰਤਾਪ ਝੱਲਿਆ ਨਹੀਂ ਜਾ ਰਿਹਾ ਲੋਕਾਂ ਕੋ। ਵੇਖ ਵੇਖ ਕੇ ਬੜੇ ਲੋਕ ਅੰਦਰੋਂ ਅੰਦਰੀ ਜਿਹੜੇ ਆ ਸਾਧ ਸੰਗਤ ਜੀ ਢਲੇ ਜਾ ਰਹੇ ਹੈ। ਰਥ ਜਿਹੜਾ ਮੋਰਿੰਡੇ ਵੱਲ ਚੱਲਿਆ ਜਾ ਰਿਹਾ ਹੈ, ਮੋਰਿੰਡੇ ਵਿੱਚ ਜਾ ਕੇ ਸਾਹਿਬਜ਼ਾਦਿਆਂ ਨੂੰ ਕੈਦ ਕਰ ਲਿਆ। ਉਹ ਅੱਜ ਵੀ ਸਥਾਨ ਉੱਥੇ ਬਣਿਆ ਹੋਇਆ ਹੈ। ਇਹ 10 ਪੋਹ ਦੀ ਗੱਲ ਹੈ। ਮੋਰਿੰਡੇ ਵਿੱਚ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਰਾਤ। ਕੁਝ ਸ਼ਗਨਾਂ ਨੂੰ ਨਹੀਂ ਦਿੱਤਾ ਗਿਆ, ਭੁੱਖੇ ਪਿਆਸੇ ਰਹੇ ਮਾਤਾ ਸਾਹਿਬ ਜੀ ਦੇ ਸਾਹਿਬਜ਼ਾਦੇ ਛੋਟੇ। ਇਸ ਤਰ੍ਹਾਂ ਗੰਗੂ ਕਹਿੰਦਾ ਮੈਨੂੰ ਛੇਤੀ ਖੜੋ ਨਵਾਬ ਪਾਸ, ਮੈਂ ਇਨਾਮ ਪਾਉਣਾ ਚਾਹੁੰਦਾ ਹਾਂ। 11 ਪੋਹ ਜੋ ਪਰਸੋਂ ਦਾ ਦਿਨ ਸੀ, ਸਾਧ ਸੰਗਤ ਜੀ ਉਸ ਦਿਨ ਸਾਹਿਬਜ਼ਾਦੇ ਨੂੰ ਲੈ ਕੇ ਜਾਨੀ ਖਾਂ ਮਾਨੀ ਖਾਂ ਤੁਰ ਪਏ ਹੈ। ਮਾਤਾ ਸਾਹਿਬ ਜੀ ਨੂੰ ਵੀ ਲੈ ਗਏ ਹਨ, ਗੰਗੂ ਵੀ ਨਾਲੇ ਹੀ ਹੈ। ਉੱਥੇ ਜਾ ਕੇ ਦੱਸਿਆ ਵੇਖੋ ਗੁਰੂ ਸਾਹਿਬ ਕੇ ਛੋਟੇ ਬੱਚੇ ਤੇ ਮਾਤਾ ਜੀ ਲੈ ਆਂਦੇ। ਤੇ ਇਹ ਗੰਗੂ ਕਹਿਣ ਲੱਗਾ ਜਾਨੀ ਖਾਂ ਮਾਨੀ ਖਾਂ ਨੂੰ ਮੈਨੂੰ ਕੋਈ ਇਨਾਮ ਦਿਵਾਓ ਨਵਾਬ ਸਾਹਿਬ ਕੋ, ਵੇਖੋ ਮੈਂ ਕਿੱਡਾ ਕਾਰਜ ਕੀਤਾ ਹੈ। ਉਸ ਵੇਲੇ ਨਵਾਬ ਸਾਹਿਬ ਨੂੰ ਕਿਸੇ ਚੁਗਲੀ ਲਾ ਦਿੱਤੀ ਵੀ ਵੇਖੋ ਜਿਹੜੀ ਗੁਰੂ ਘਰ ਦੀ ਮਾਇਆ ਸੀ ਇਹ ਗੰਗੂ ਨੇ ਰੱਖ ਲਈ ਹੈ, ਇਹਦੇ ਕੋਲ 1 ਲੱਖ ਰੁਪਏ ਦੀ ਖੁਰਚੀ ਹੈ, ਪਤਾ ਨਹੀਂ ਕਿੱਥੇ ਦਬ ਕੇ ਬੈਠਾ ਹੈ। ਉਸੇ ਵੇਲੇ ਪੁਲਿਸ ਨੇ ਇਹਨੂੰ ਪਕੜ ਲਿਆ, ਸਿਪਾਹੀਆਂ ਨੇ। ਕਹਿੰਦੇ ਦੱਸ ਕਿੱਥੇ ਮਾਇਆ ਹੈ। ਇਹ ਪਹਿਲਾਂ ਤੇ ਦੱਸੇ ਨਾ। ਇਹ ਕਹਿੰਦਾ ਮੇਰੇ ਤੁਸੀਂ ਘਰ ਚੱਲੋ ਮੈਂ ਤੁਹਾਨੂੰ ਦਿਖਾਉਣਾ ਹਾਂ। ਡਰਦਾ ਮਾਰਾ ਕਹਿਣ ਲੱਗਾ। ਜਦੋਂ ਘਰ ਆਇਆ ਜਿੱਥੇ ਦੱਬੀ ਸੀ ਉੱਥੇ ਲੱਭਦਾ ਫਿਰੇ, ਪਰ ਉਹ ਮਾਇਆ ਸਾਧ ਸੰਗਤ ਜੀ ਲੱਭੀ ਨਾ। ਇਹਦੇ ਵੀ ਹੱਥ ਨਾਲ ਮਾਇਆ ਆਈ, ਜਿਸ ਕਰਕੇ ਉਹ ਪੁਲਿਸ ਨੇ ਇਹਨੂੰ ਕੁੱਟ-ਕੁੱਟ ਕੇ ਉਸੇ ਦਿਨ ਹੀ ਮਾਰ ਦਿੱਤਾ ਸੀ ਗੰਗੂ ਨੂੰ। ਇਹ ਮਾਇਆ ਇਹਦੇ ਹੱਥ ਵੀ ਨਾ ਲੱਗੀ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਇਹ ਮਾਇਆ ਨੂੰ ਪ੍ਰਾਪਤ ਨਾ ਕਰ ਸਕਿਆ, ਦੀ ਮੌਤ ਹੋ ਗਈ। ਉਸ ਦਿਨ 11 ਪੋਹ ਵਾਲੇ ਦਿਨ ਸਾਹਿਬਜ਼ਾਦਿਆਂ ਨੂੰ ਸਾਧ ਸੰਗਤ ਜੀ ਜਿਹੜਾ ਠੰਡੇ ਬੁਰਜ ਵਿੱਚ ਜਿਹੜਾ ਹੈ ਰੱਖ ਦਿੱਤਾ। ਉਸ ਵੇਲੇ ਠੰਡੇ ਬੁਰਜ ਦੇ ਨਾਲ ਹੀ ਪਾਣੀ ਦੀ ਜਿਹੜੀ ਖਾਲ ਲੰਘਦਾ ਸੀ ਬਹੁਤ ਵੱਡਾ, ਕਹਿੰਦੇ ਜਿਹਦੇ ਕਰਕੇ ਠੰਡ ਵੀ ਦੂਣੀ ਚੌਣੀ ਹੁੰਦੀ ਸੀ। ਅੱਜ ਤੇ ਦਿਨ ਬਹੁਤ ਲੱਗ ਗਿਆ, ਪਰ ਉਸ ਵੇਲੇ ਬਹੁਤ ਜ਼ਿਆਦਾ ਠੰਡ ਸੀ। ਸਾਹਿਬਜ਼ਾਦੇ ਉਹਨਾਂ ਕੱਪੜਿਆਂ ਵਿੱਚ ਹੈ, ਮਾਤਾ ਸਾਹਿਬ ਜੀ ਉਹਨਾਂ ਕੱਪੜਿਆਂ ਵਿੱਚ ਹੈ। ਜਦੋਂ ਉੱਥੇ ਬਿਠਾ ਦਿੱਤਾ, ਕੁਝ ਸਮੇਂ ਬਾਅਦ ਸਿਪਾਹੀ ਆਏ। ਮਾਤਾ ਸਾਹਿਬ ਜੀ ਇਹ ਸਾਹਿਬਜ਼ਾਦੇ ਨੂੰ ਜਿਹੜਾ ਤੁਸੀਂ ਸਾਡੇ ਨਾਲ ਤੋਰ ਦਿਓ, ਵਜ਼ੀਰ ਖਾਨ ਨੇ ਬੁਲਾਇਆ, ਨਵਾਬ ਨੇ ਬੁਲਾਇਆ ਇਹਨਾਂ ਨੂੰ ਸਾਡੇ ਪਾਸ। ਉਹ ਕਹਿਣ ਲੱਗਾ ਕਿ ਤੁਸੀਂ ਮਹਾਰਾਜ ਮਾਤਾ ਸਾਹਿਬ ਜੀ ਸਾਹਿਬਜ਼ਾਦੇ ਨੂੰ ਸਾਡੇ ਨਾਲ ਤੋਰ ਦਿਓ ਤੇ ਫਿਰ ਅਸੀਂ ਤੁਹਾਨੂੰ ਇੱਥੇ ਛੱਡ ਜਾਵਾਂਗੇ। ਮਾਤਾ ਸਾਹਿਬ ਜੀ ਕਹਿਣ ਲੱਗੇ ਭਾਈ ਨਵਾਬ ਦਾ ਇਹਨਾਂ ਬੱਚਿਆਂ ਛੋਟਿਆਂ ਨਾਲ ਕੀ ਕੰਮ ਹੈ। ਨਹੀਂ ਮਾਤਾ ਸਾਹਿਬ ਜੀ ਹੁਣੇ ਇਹਨਾਂ ਨੂੰ ਛੱਡ ਜਾਵਾਂਗੇ, ਇੱਕ ਵਾਰ ਤੁਸੀਂ ਤੋਰ ਦਿਓ ਸਾਡੇ ਨਾਲ, ਹੁਣੇ ਇੱਥੇ ਮੈਂ ਇਹਨਾਂ ਨੂੰ ਭੇਜ ਦਿਆਂਗਾ। ਇਸ ਤਰ੍ਹਾਂ ਸਿਪਾਹੀ ਕਹਿ ਕੇ ਨਾਲ ਲੈ ਗਏ। ਸਾਹਿਬਜ਼ਾਦੇ ਨੇ ਜਾਂਦੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੁਲਾਈ। ਜਦੋਂ ਫਤਿਹ ਬੁਲਾਈ ਹੈ, ਨਵਾਬ ਕਹਿਣ ਲੱਗਾ ਕਾਕਿਓ ਇਹ ਫਤਿਹ ਨਾ ਬੁਲਾਓ, ਮੈਨੂੰ ਸਲਾਮ ਕਰੋ ਤੁਸੀਂ। ਸਾਹਿਬਜ਼ਾਦੇ ਕਹਿਣ ਲੱਗੇ ਨਵਾਬ ਸਾਡੇ ਪਿਤਾ ਜੀ ਨੇ ਸਾਨੂੰ ਇਹੀ ਦੱਸਿਆ ਫਤਿਹ ਬੁਲਾਉਣੀ ਹੈ, ਅਸੀਂ ਫਤਿਹ ਬੁਲਾਉਣੀ ਜਾਣਦੇ, ਨਾ ਸਾਨੂੰ ਕੋਈ ਹੋਰ ਬਚਨ ਆਉਂਦਾ, ਨਾ ਹੀ ਕਰਨਾ ਹੈ, ਨਾ ਹੀ ਕਰਨਾ ਜਾਣਦੇ ਹੀ। ਉਸ ਵੇਲੇ ਨਵਾਬ ਕਹਿਣ ਲੱਗਾ ਨਹੀਂ ਇਹ ਤੁਹਾਡੇ ਪਿਤਾ ਦੀ ਕਚਹਿਰੀ ਨਹੀਂ, ਇੱਥੇ ਫਤਿਹ ਬੁਲਾਉਣੀ ਨਹੀਂ ਹੈ, ਤੇ ਮੈਨੂੰ ਸਲਾਮ ਕਰੋ। ਤੇ ਸਾਹਿਬਜ਼ਾਦੇ ਜਦੋਂ ਫਤਿਹ ਬੁਲਾਈ, ਨਵਾਬ ਨੂੰ ਸਲਾਮ ਨਾ ਕੀਤਾ,
ਵੇਖ के सारे कहन लगे वेखो किन्ने कहते तिखे है किहड़े जीडीए है, ये वचन नहीं मनते। नवाब साहब अगे सारे झुकदे किवें बच्चे किवें आकड़ के खड़े हैं, इन्हां दी किड्डी जिद पक्की है। नवाब साहब कहन लगा बच्चो तुसीं मेरा वचन नहीं मनदे, तुहाडा की ख्याल है, की चाहुंदे हो तुसीं? उस वेले साहिबजादे साध संगत जी नारा मारिया। साहिबजादे कहन लगे सिर जावे तां जावे, साडा सिੱਖੀ सिदक ना जावे। सिर जावे तां जावे, साडा सिੱਖੀ सिदक ना जावे। सिर जावे तां जावे, साडा सिੱਖੀ सिदक ना जावे। इस तरह साहिबजादे ने जदों नारा मारिया, उस वेले नवाब बड़ा खफे होया, कहंदा बच्चे जीदे इन्हां नूं अज वापस कर दो, कल इन्हां नूं पुछांगे। इस तरह साहिबजादे साथ भी वापस आ गए। उदण 11 पोह की रात नूं गुरु घर दे आनंद सिख भाई बाबा मोती महरा जी ने साथ ही दुध की सेवा की, अपना सारा गहना गट्टा दे के सेवा की। कोई नहीं सी साहिबजादे नूं पुछदा छकण छकाउण वास्ते। गुरु के सिख भी उत्थे शामिल सन। बाबा मोती महरा जी को साहिबजादे स्वरूप दे के रिहा ना गया, घर वाली दे गहने दे के सिपाहियां नूं ते सेवा की। फिर 12 पोह वाले दिन बुलाया गया जो कल का दिन सी। नवाब कहन लगा साहिबजादे ने फिर जाके फतेह बुलाई है। एक कहन लगा काके फतेह ना बुलाओ, मैनूं सलाम करो ते इंज करो मैं अपनी काकियां दी तुहाडे नाल शादी कर देना हाँ, जिवें मैं नवाब बनी बैठा तुहानूं भी नवाबी बख्श देने, किसी इलाके के नवाब सूबेदार बन के नवाबी करो, ये तुसीं सिੱਖੀ चों की लैना है। साहिबजादे सुन के कहन लगे बाबा जोरावर सिंह जी बाबा फतेह सिंह जी दे ताई कहंदे हे छोटे भरा सानूं ते इउं प्रतीत हुंदा कि जिवें साडे पिता सतगुरु दादा जी ने दिल्ली विच शहीदी दित्ती सी ना धर्म की खातर, इवें सानूं सीस देना पैना। दस भरा तेरा की ख्याल है, तेरी की सलाह है? उस वेले बाबा फतेह सिंह जी कहन लगे हे भरा जोरावर सिंह जी इदों की चंगा है जे असीं धर्म की खातर सीस दे दईए, पिता जी का बख्शिया होया अमृत छकिया जिहड़ा वो पूरा निभा जी, इदों की चंगा है सानूं। ये शरीर किहदे सदा कायम रहने हैं, ये असीं दीन नहीं मनना, अपने धर्म च पूरिया रहना है, असीं इन्हां दा धर्म नहीं मनना है। सुन के बाबा जोरावर सिंह जी कहन लगे नवाब असीं तुहाडी शरण नूं इहो जी छित्तर मारदे हां, असीं तुहाडे काकियां नूं जिहड़ी शादी नहीं करदे हां। उस वेले नवाब सुन के बड़ा खफे होया। ये उस वेले कहन लगा जे तुहानूं छड्ड दित्ता जावे की करोगे तुसीं? साहिबजादे कहन लगे नवाब वेख हुण साडे सरी छोटे है, छोटे साडे गात्रे है, छोटिਆਂ विच सरी साहिबां हन, जे असीं छुट गए जे असीं वड्डे होवांगे ਵੱਡੇ ਸਾਡੇ ਕੱਦ ਹੋਣਗੇ, ਗਾਤਰੇ ਸਾਡੇ ਵੱਡੇ ਹੋਣਗੇ, ਸ੍ਰੀ ਸਾਹਿਬਾਂ ਸਾਡੀਆਂ ਵੱਡੀਆਂ ਹੋਣਗੀਆਂ, ਪਿਤਾ ਗੁਰੂ ਜੀ ਵਾਂਗੂ ਘੋੜੇ ਤੇ ਸਵਾਰ ਹੋਵਾਂਗੇ, ਜੰਗ ਦੇ ਮੈਦਾਨ ਵਿੱਚ ਹਾਥੀਆਂ ਉੱਪਰ ਸਵਾਰ ਹੋਵਾਂਗੇ, ਕੇਸਰੀ ਨਿਸ਼ਾਨ ਸਾਹਿਬ ਸਾਡੇ ਕੋਲ ਹੋਣਗੇ। ਇਹ ਸਾਰੀ ਤਿਆਰੀ ਦੇ ਨਾਲ ਤੇਰੇ ਵਰਗੇ ਜ਼ਾਲਮਾਂ ਦੇ ਸਿਰ ਭੰਨਾਂਗੇ, ਇਹੀ ਕੁਝ ਕਰਾਂਗੇ, ਖਾਲਸੇ ਦੀ ਜਿੱਤ ਕਰਾਂਗੇ ਤੇ ਜ਼ੁਲਮ ਦਾ ਨਾਸ ਕਰਾਂਗੇ। ਉਸ ਵੇਲੇ ਨਵਾਬ ਬੜਾ ਖਫੇ ਹੋਇਆ, कहता इन्हों वापस करके आओ। दूसरे दिन कल का जो दिन सी शेर साहब जी ने वापस किया। माता साहब जी ने रात साध संगत जी बड़ियां सिक्ख्यावां दित्तियां जो साहिबजादे अडोल सन, जिन्हां दा यही सिदक सी भी धर्म की खातर मरना ही सिक्ख्या, होर कुछ नहीं सिक्ख्या है। तीसरे दिन आए हैं, नवाब साहब के अगे फतेह बुलाई। नवाब कहन लगा वेखो काके फतेह ना बुलाओ, मैं तुहानूं अज तीजा दिन है, फतेह ना बुलाओ, मैनूं सलाम करो। साहिबजादे कहते हैं फतेह बुलानी है, कोई सलाम नहीं करना है। उत्थे साथ भी झूठा नंद जिन्होंने सुच्चा नंद कहते हैं, खालसा नूं झूठा नंद कहता, वो खतरी कहन लगा नवाब साहब जी वेखो ये जंमदियां सूलां दे जिवें मूँह तिखे होंदे इवें इन्हां दे बचन तिखे, कलेजा चीर के लै जांदे, तुहाडा बचन नहीं इहो मन्निया 3 दिन इन्हां नूं हो गए। इन्हां दे पिता जी भी ये वेखो किवें दे हन, 31 साल पहाड़ी राज में भाजड़ पा छड्डी है, किसी की ईन नहीं मन्नी है, तो जंग कर करके सारे नूं हार ही दित्ती है, जितते रहे है। अखीरी वेख लो सारे औरंगजेब की फौज भी हार गई है, तो गऊ की आटे की बना के पहाड़ी राजा ने थाल विच रख के ते अखीरी सौंहां ही खाणियां पईयां भी हत्थी छुरी फेरीए गऊ की जे तुहाडे नाल वैर करिए, महाराज आनंदपुर साहिब छड्ड जाओ।
ਇਸੇ ਤਰ੍ਹਾਂ ਵੇਖੋ ਰੰਗਜੇਬ ਦੇ ਜਿਹੜੇ ਮਰਦੂਦ ਹੁਣਾਂ ਨੂੰ ਵੀ ਜਿਹੜੇ ਕੁਰਾਨ ਸਿਰ ਤੇ ਰੱਖ ਰੱਖ ਕੇ ਜਾਣਾ ਪਿਆ ਹੈ, ਤੇ ਉਹ ਸਹੁੰ ਖਾਣੀਆਂ ਪਈਆਂ ਹਨ ਕਿ ਅਸੀਂ ਜੇ ਮਹਾਰਾਜ ਤੁਹਾਡੇ ਨਾਲ ਵੈਰ ਕਰੀਏ ਆਪਣਾ ਧਰਮ ਗਵਾ ਬੈਠੀਏ। ਪਰ ਮਹਾਰਾਜ ਨੇ ਇਤਬਾਰ ਨਾ ਕੀਤਾ ਤੇ ਕਿਵੇਂ ਉਹਦੇ ਨਾਲ ਉਹ ਧੋਖਾਧੜੀ ਕੀਤੀ ਹੈ। ਇਹ ਇਹੋ ਜਿਹੇ ਇਹਨਾਂ ਦੇ ਪਿਤਾ ਇਹੋ ਜਿਹੇ ਬੱਚੇ ਹਨ, ਤੁਸੀਂ ਇਹਨਾਂ ਨੂੰ ਛੱਡਣ ਦੀ ਕੋਸ਼ਿਸ਼ ਨਾ ਕਰਿਓ। ਜੇ ਤੁਹਾਡੇ ਵੱਸ ਦੀ ਗੱਲ ਨਹੀਂ ਤਾਂ ਮਲੇਰਕੋਟਲੀਏ ਸ਼ੇਰ ਮੁਹੰਮਦ ਜੀ ਦੇ ਭਰਾ ਨੂੰ ਮਾਰਿਆ, ਉਹਦੇ ਅੱਗੇ ਤੁਸੀਂ ਦੇ ਦਿਓ ਉਹਨੂੰ, ਇਹਨਾਂ ਸਾਹਿਬਜ਼ਾਦਿਆਂ ਨੂੰ, ਆਪੇ ਹੀ ਉਹ ਆਪਣਾ ਬਦਲਾ ਲੈ ਲਏਗਾ। ਉਸ ਵੇਲੇ ਇਹ ਵਜ਼ੀਰ ਖਾਨ ਕਹਿੰਦਾ ਸ਼ੇਰ ਮੁਹੰਮਦ ਨੂੰ, ਕਹਿੰਦਾ ਵੀ ਵੇਖ ਤੇਰੇ ਹਵਾਲੇ ਕੀਤੇ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਜੰਗ ਕਰਕੇ ਮਾਰਿਆ ਹੈ, ਤੂੰ ਇਹਨਾਂ ਦਾ ਬਦਲਾ ਲੈ। ਸ਼ੇਰ ਮੁਹੰਮਦ ਖਾਨ ਕਹਿਣ ਲੱਗਾ, ਕਹਿੰਦਾ ਨਵਾਬ ਵਜ਼ੀਰ ਖਾਨ, ਇਹ ਸ਼ੀਰਖੋਰ ਬੱਚਿਆਂ ਨੂੰ ਮਾਰ ਕੇ ਦੱਸ ਕਿਹੜੀ ਬਹਾਦਰੀ ਹੋਵੇਗੀ ਸਾਡੇ ਕੋਲ? ਦੱਸ ਇਹਨਾਂ ਬੱਚਿਆਂ ਨੇ ਕੀ ਵਿਗਾੜਿਆ ਹੈ? ਮੇਰੇ ਭਰਾ ਨੇ ਤੇ ਬਹਾਦਰੀ ਕਰਕੇ ਸਾਹਮਣੇ ਜੰਗ ਹੋ ਕੇ ਲੜੀ, ਜਿਸ ਕਰਕੇ ਉਹਨੇ ਸ਼ਹੀਦੀ ਪਾਈ ਹੈ। ਜੇ ਗੁਰੂ ਗੋਬਿੰਦ ਸਿੰਘ ਸਾਡੇ ਸਾਹਮਣੇ ਹੋਣਗੇ, ਸਾਹਮਣੇ ਜਿਹੜੀ ਸ਼ਹੀਦੀ ਪਾਵਾਂਗੇ ਲੜ ਕੇ, ਤੇ ਉਹਨਾਂ ਦਾ ਜਿਹੜਾ ਅਸੀਂ ਜੰਗ ਕਰਕੇ ਉਹਨਾਂ ਨੂੰ ਸ਼ਹੀਦ ਕਰਾਂਗੇ। ਇੱਦਾਂ ਬੱਚਿਆਂ ਤੋਂ ਕੱਲ੍ਹ ਹੀ ਬਦਲਾ ਲੈਣਾ ਹੈ, ਇਹ ਜੇ ਤੂੰ ਕਰ ਰਿਹਾ ਇਹ ਸਹੀ ਨਹੀਂ ਹੈ। ਇਹ ਨਵਾਬ ਕਹਿਣ ਲੱਗਾ ਤੇਰੇ ਵਾਸਤੇ ਵੀ ਸਹੀ ਨਹੀਂ ਜੋ ਤੂੰ ਵਚਨ ਨਹੀਂ ਮੰਨਦਾ। ਸ਼ੇਰ ਮੁਹੰਮਦ ਖਾਨ ਸਾਧ ਸੰਗਤ ਜੀ ਹਾਥ ਦਾ ਨਾਰਾ ਮਾਰ ਕੇ ਇਸ ਕਚਹਿਰੀ ਵਿੱਚ ਉੱਠ ਕੇ ਚਲਾ ਗਿਆ ਸੀ, ਪਰ ਵਚਨ ਨਾ ਇਹਦੀ ਗੱਲ ਨਾ ਮੰਨੀ। ਉਸ ਵੇਲੇ ਇਹ ਖਫਾ ਹੋਇਆ, ਕਹਿਣ ਲੱਗਾ ਬੱਚਿਓ ਵੇਖੋ ਅੱਜ ਤੀਸਰਾ ਵਚਨ ਹੈ, ਤੀਜਾ ਦਿਨ ਮੇਰਾ ਆਖਰੀ ਵਚਨ ਹੈ। ਜਾਂ ਤਾਂ ਤੁਸੀਂ ਦੀਨੇ ਇਸਲਾਮ ਕਬੂਲ ਕਰ ਲਓ ਤੇ ਤੁਸੀਂ ਜਿਹੜਾ ਹੈ ਕੇਸ ਕਤਲ ਕਰਾ ਦਿਓ, ਨਹੀਂ ਤੇ ਕਤਲ ਕੀਤੇ ਜਾਓਗੇ। ਸਾਹਿਬਜ਼ਾਦੇ ਕਹਿਣ ਲੱਗੇ ਨਵਾਬ ਇਹ ਤਾਂ ਸਾਨੂੰ ਪਤਾ ਹੀ ਹੈ। ਇਹ ਕਹਿਣ ਲੱਗਾ ਕੀ ਤੁਹਾਨੂੰ ਪਤਾ ਹੈ, ਕੀ ਤੁਸੀਂ ਜਾਣਦੇ ਹੋ, ਕੀ ਕਰਦੇ ਹੋ ਤੁਸੀਂ? ਸਾਹਿਬਜ਼ਾਦੇ ਕਹਿਣ ਲੱਗੇ ਵੇ ਸਾਡੇ ਦਾਦਾ ਗੁਰੂ ਸਾਹਿਬ ਜੀ ਨੇ ਸ਼ਹੀਦੀ ਦੇਣ ਤੋਂ ਪਹਿਲਾਂ ਭਾਈ ਮਤੀ ਦਾਸ ਉਹਨਾਂ ਨੂੰ ਇੱਕ ਬਚਨ ਕਿਹਾ ਸੀ। ਇਹ ਕਹਿੰਦਾ ਕੀ ਕਿਹਾ ਹੈ? ਮੈਨੂੰ ਵੀ ਪਤਾ ਲੱਗੇ ਕੀ ਕਿਹਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਸ ਵੇਲੇ ਸਾਹਿਬਜ਼ਾਦੇ ਸਾਧ ਸੰਗਤ ਜੀ ਕਹਿਣ ਲੱਗੇ ਸਾਨੂੰ ਪਤਾ ਹੈ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਇਹ ਸਾਹਿਬਜ਼ਾਦੇ ਸਾਧ ਸੰਗਤ ਜੀ ਉੱਚੀ ਉੱਚੀ ਉਹ ਕਚਹਿਰੀ ਵਿੱਚ ਕਿਹਾ। ਉਸ ਵੇਲੇ ਸਾਰੇ ਦੇ ਮੂੰਹਾਂ ਵਿੱਚ ਉਂਗਲਾਂ ਪੈ ਗਈਆਂ, ਕਹਿੰਦੇ ਕਿੱਡੇ ਨਿਡਰ ਹੈ ਗੁਰੂ ਕੇ ਸਾਹਿਬਜ਼ਾਦੇ, ਇਹ ਪਤਾ ਨਹੀਂ ਕੀ ਸਿਖਾਏ ਹੋਏ, ਕਿੱਡੀ ਇਹਨਾਂ ਦੀ ਜਿੱਦ ਹੈ। ਵੇਖੋ ਜਾਨੋ ਕੀ ਪਿਆਰਾ ਹੈ, ਜੇ ਜਾਨ ਹੈ ਤੇ ਜਹਾਨ ਹੈ। ਇਹਨਾਂ ਨੇ ਕਿੱਡੀ ਜਿੱਦ ਫੜੀ ਹੋਈ, ਨਵਾਬ ਸਾਹਿਬ ਅੱਗੇ ਝੁਕਦੇ ਨਹੀਂ ਹਨ। ਉਸ ਵੇਲੇ ਕਾਜ਼ੀ ਪਾਸ ਫਤਵਾ ਲਗਾਇਆ ਗਿਆ, ਕਹਿੰਦਾ ਨਵਾਬ ਸਾਹਿਬ ਕਹਿਣ ਲੱਗਾ, ਕਹਿੰਦਾ ਜੇ ਨਹੀਂ ਨਾ ਬੱਚੇ ਮੰਨਦੇ ਤੇ ਇਹਨਾਂ ਨੂੰ ਜਿਹੜਾ ਹੈ ਫਤਵਾ ਲਾਇਆ ਜਾਏ। ਉਸ ਵੇਲੇ ਲਾਲ ਕਿਤਾਬ ਨੂੰ ਫੋਲਦਿਆਂ ਹੋਇਆਂ ਸਾਧ ਸੰਗਤ ਜੀ ਜਿਹੜੇ ਮੌਲਵੀ ਕਾਜ਼ੀ ਸਨ ਉਹ ਬੋਲ ਪਏ, ਕਹਿੰਦੇ ਇਹਨਾਂ ਨੂੰ ਜਿੰਦਾ ਨੀਹਾਂ ਵਿੱਚ ਚਿਣਿਆ ਜਾਏ। ਜਦੋਂ ਇਹ ਫਤਵਾ ਲਾਇਆ ਉਸ ਵੇਲੇ ਸਾਧ ਸੰਗਤ ਜੀ ਕਚਹਿਰੀ ਦੇ ਵਿੱਚ ਥਰਥੱਲੀ ਮੱਚ ਗਈ। ਅੱਜ ਤੀਸਰਾ ਦਿਨ ਸੀ ਜਦੋਂ ਇਹ ਫਤਵਾ ਲਾਇਆ। ਉਸ ਵੇਲੇ ਸਾਹਿਬਜ਼ਾਦੇ ਨੇ, ਜਿੱਥੇ ਅੱਜ ਸਟੇਸ਼ਨ ਦੇ ਨਾਲ ਹੀ ਲਾਲ ਮਸਜਿਦ ਹੈ, ਇੱਥੇ ਫਤਵੇ ਲਾਏ ਜਾਂਦੇ ਸਨ ਸਾਰਿਆਂ ਨੂੰ ਮੁਸਲਮਾਨਾਂ ਵੱਲੋਂ, ਇੱਥੇ ਲੈ ਕੇ ਗਏ ਹੈ। ਇੱਥੇ ਜਾ ਕੇ ਜਿਹੜੀ ਨੀਂਹ ਦੀ ਤਿਆਰੀ ਕਰਨ ਲੱਗੇ ਹਨ, ਤੇ ਜਿੱਥੇ ਬਾਬਾ ਫਤਿਹ ਸਿੰਘ ਜੀ ਦੀ ਉਮਰ 7 ਸਾਲ ਹੈ, ਬਾਬਾ ਜੋਰਾਵਰ ਸਿੰਘ ਜੀ ਉਮਰ 9 ਸਾਲ ਹੈ। ਬਾਬਾ ਫਤਿਹ ਸਿੰਘ ਜੀ ਨਿਹੰਗ ਸਿੰਘ ਸਨ। ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਜੋਤੀ ਜੋ ਸਮਾਏ ਨਾ, ਸਾਧ ਸੰਗਤ ਜੀ ਸ਼ਹੀਦੀ ਹੋਈ ਹੈ, ਉਸ ਵੇਲੇ 2 ਸਿਪਾਹੀ ਰੰਗਜੇਬ ਨੇ ਇੱਥੇ ਅਨੰਦਪੁਰ ਸਾਹਿਬ ਭੇਜੇ ਗੁਰੂ ਮਹਾਰਾਜ ਜੀ ਪਾਸ, ਤੇ ਜਿਨ੍ਹਾਂ ਹੱਥ ਇਹ ਪੱਤਰ ਭੇਜਿਆ ਵੀ ਤੁਸੀਂ ਸਾਨੂੰ ਮਿਲੋ ਦਿੱਲੀ ਆ ਕੇ। ਮਹਾਰਾਜ ਕਹਿੰਦੇ ਇਹ ਸਿਪਾਹੀ ਆਏ ਸਨ ਜਿਨ੍ਹਾਂ ਨੀਲੀਆਂ ਵਰਦੀਆਂ ਪਾਈਆਂ ਹੋਈਆਂ ਸੀ, ਤੇ ਗੁਰੂ ਸਾਹਿਬ ਜੀ ਨੂੰ ਆ ਕੇ ਕਿਹਾ ਮਹਾਰਾਜ ਤੁਹਾਨੂੰ ਰੰਗਜੇਬ ਨੇ ਬੁਲਾਇਆ ਹੈ। ਗੁਰੂ ਸਾਹਿਬ ਕਹਿੰਦੇ ਹੁਣ ਤੇ ਉਦੋਂ ਮਿਲਣਾ ਜਦੋਂ ਹੱਥ 'ਚ ਤੇਗ ਹੋਊਗੀ, ਉੱਦਾਂ ਨਹੀਂ ਮਿਲਣਾ ਹੈ। ਇਹ ਬਚਨ ਕਹੇ ਮਹਾਰਾਜ ਨੇ। ਜਦੋਂ ਨੀਲੀਆਂ ਵਰਦੀਆਂ ਵਾਲੇ ਸਿਪਾਹੀ ਆਏ, ਲੋਕ ਬੜੇ ਭੈਭੀਤ ਹੋਏ ਸਨ। ਕਹਿੰਦੇ ਵੇਖੋ ਪਹਿਲਾਂ ਗੁਰੂ ਸਾਹਿਬ ਦੀ ਸ਼ਹੀਦੀ ਕਰ ਦਿੱਤੀ ਹੈ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੁਲਾ ਰਹੇ, ਪਤਾ ਨਹੀਂ ਕੀ ਭਾਣਾ ਵਰਤੇਗਾ। ਉਸ ਦਿਨ ਹੀ ਬਾਬਾ ਫਤਿਹ ਸਿੰਘ ਜੀ ਨੇ ਜਿਹੜਾ ਨੀਲਾ ਹੀ ਬਾਣਾ ਪਾਇਆ ਹੋਇਆ ਸੀ ਤੇ ਛੋਟੀ ਜਿਹੀ ਦਸਤਾਰ ਜਿਹੜੀ ਹੈ ਢਿੱਲੀ ਜਿਹੀ ਬੰਨੀ ਹੋਈ ਸੀ, ਉਹ ਸਿਪਾਹੀਆਂ ਦੇ ਸਾਹਮਣੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕਿਆ ਬਾਬਾ ਫਤਿਹ ਸਿੰਘ ਜੀ ਨੇ, ਤੇ ਹੱਥ 'ਤੇ ਸਲੋਤਰ ਰੱਖਿਆ ਹੋਇਆ ਛੋਟਾ ਜਿਹਾ। ਤੇ ਮਹਾਰਾਜ ਵੇਖ ਕੇ ਹੱਸ ਪਏ, ਕਹਿਣ ਲੱਗੇ ਭਾਈ ਫਤਿਹ ਸਿੰਘਾ ਤੇਰੇ ਨਾਂ ਦਾ ਵੀ ਪੰਥ ਚੱਲੇਗਾ। ਜਿਸ ਕਰਕੇ ਸਾਧ ਸੰਗਤ ਜੀ
ਨਿਹੰਗਾਂ ਦਾ ਪੰਥ ਚੱਲਿਆ, ਨਿਹੰਗ ਸਿੰਘਾਂ ਦਾ। ਜਦੋਂ ਇਹ ਬਚਨ ਕਹੇ, ਬਾਬਾ ਹਿੰਮਤ ਸਿੰਘ ਜੀ ਜੋ ਸਨ ਪੰਜ ਪਿਆਰਿਆਂ ਵਿੱਚ, ਉਹ ਬਾਬਾ ਫਤਿਹ ਸਿੰਘ ਦੇ ਆ ਕੇ ਚਰਨੀ ਪੈ ਗਏ ਸਨ। ਜਿਸ ਕਰਕੇ ਹਿੰਮਤ ਸਿੰਘ ਨਿਹੰਗ ਸਿੰਘ ਰਹਿਤਨਾਮੇ 'ਚ ਲਿਖਿਆ ਹੋਇਆ ਹੈ। ਪੰਜ ਪਿਆਰਿਆਂ ਵਿੱਚ ਭਾਈ ਹਿੰਮਤ ਸਿੰਘ ਵੀ ਨਿਹੰਗ ਸਿੰਘ ਸਨ ਅਤੇ ਬਾਬਾ ਫਤਿਹ ਸਿੰਘ ਜੀ ਦੇ ਜਿਹੜੇ ਹੈ ਉਹਨਾਂ ਤੋਂ ਪੰਥ ਚੱਲਿਆ ਨਿਹੰਗ ਸਿੰਘਾਂ ਦਾ। ਉਂਝ ਤੇ ਸਾਰਾ ਖਾਲਸਾ ਹੀ ਗੁਰੂ ਕਾ ਨਿਹੰਗ ਸਿੰਘ ਹੀ ਹੈ। ਉਹ ਬਾਬਾ ਫਤਿਹ ਸਿੰਘ ਜੀ ਅੱਜ ਨੀਹਾਂ ਦੇ ਵਿੱਚ ਖੜ੍ਹਨ ਲਈ ਤਿਆਰ ਹੈ, ਜਿਨ੍ਹਾਂ ਦੀ ਉਮਰ 7 ਸਾਲ ਹੈ। 9 ਸਾਲ ਵੱਡੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਹੈ। ਇਵੇਂ ਨੀਂਹ ਕੱਢਣ ਲਈ ਤਿਆਰੀ ਕੀਤੀ ਗਈ ਹੈ। ਸਾਧ ਸੰਗਤ ਜੀ, ਜਦੋਂ ਇੱਟਾਂ ਦੀ ਤਿਆਰੀ ਕੀਤੀ ਗਈ ਜਲਾਦਾਂ ਵੱਲੋਂ, ਇੱਟਾਂ ਲਾਉਣੀਆਂ ਸ਼ੁਰੂ ਕੀਤੀਆਂ ਨੀਂਹ ਰੱਖਣ ਲਈ, ਇੱਟਾਂ ਖੜੀਆਂ ਕਰਕੇ ਸਾਹਿਬਜ਼ਾਦਿਆਂ ਨੂੰ ਉੱਪਰ ਖੜਿਆ ਕੀਤਾ ਹੈ। ਉਸ ਵੇਲੇ 10 ਗੋ ਜੋਤ ਗ੍ਰੰਥ ਵਿੱਚ ਲਿਖਿਆ ਹੋਇਆ ਹੈ। ਭਾਵੇਂ ਕੋਈ ਲੋਕ ਕਹਿੰਦੇ ਆ ਵੀ ਸਾਹਿਬਜ਼ਾਦਿਆਂ ਨੂੰ ਖੜਿਆ ਕਰਕੇ ਨਵਾਬ ਨੇ ਕਿਹਾ ਵੀ ਇੱਟ ਨਹੀਂ ਤੋੜਨੀ, ਤੇ ਗਿੱਟੇ ਝਾੜ ਦੇਣੇ ਹੈ। ਇਹ ਭਾਵੇਂ ਕਹਿੰਦੇ ਲੋਕ, ਪਰ 10 ਗੋ ਜੋਤ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਵੀ ਜਦੋਂ ਨੀਂਹ ਕੱਢਣੀ ਸ਼ੁਰੂ ਕੀਤੀ ਹੈ, ਦੋਨਾਂ ਸਾਹਿਬਜ਼ਾਦਿਆਂ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ। ਪਾਠ ਕਰ ਰਹੇ ਜਪਜੀ ਸਾਹਿਬ ਦਾ ਮੂਲ ਮੰਤਰ ਤੋਂ ਆਰੰਭ ਕਰ ਦਿੱਤਾ ਹੈ। ਅਤੇ ਉਦੋਂ ਹੀ ਜਦੋਂ ਇੱਟਾਂ ਕਰਦੇ ਕਰਦੇ ਨੀਂਹ ਕਰਦੇ ਕਰਦੇ ਸਾਹਿਬਜ਼ਾਦਿਆਂ ਦੇ ਅੰਗ ਨਾਲ ਇੱਟ ਛੋਈ ਹੈ, ਸਾਧ ਸੰਗਤ ਜੀ, ਇੱਟਾਂ ਬੰਬ ਵਾਂਗ ਉੱਡ ਕੇ ਜਿਹੜੀਆਂ ਇਹ ਜ਼ਾਲਮਾਂ 'ਤੇ ਪਈਆਂ ਹਨ। ਜਿਵੇਂ ਬੰਬ ਫਟਦੇ ਹੈ, ਇਵੇਂ ਇੱਟਾਂ ਫਟ ਕੇ ਇਹਨਾਂ ਦੇ ਮੂੰਹ 'ਤੇ ਵੱਜੀਆਂ ਹਨ। ਕਿਸੇ ਜਲਾਦ ਦਾ ਨੱਕ ਟੁੱਟ ਗਿਆ, ਕਿਸੇ ਦਾ ਮੱਥਾ ਟੁੱਟ ਗਿਆ, ਕਿਸੇ ਦਾ ਮੱਥਾ ਪਾਟ ਗਿਆ, ਕਿਸੇ ਦੇ ਸਾਧ ਸੰਗਤ ਜੀ ਹੱਥਾਂ ਪੈਰਾਂ 'ਤੇ ਬੜੀਆਂ ਸੱਟਾਂ ਲੱਗੀਆਂ। ਉਸ ਵੇਲੇ ਕੋਈ ਕਾਜੀ ਮੁੱਲਿਆਂ ਦੇ ਜਿਹੜੇ ਹੈ ਉਹਨਾਂ ਦੇ ਮੂੰਹ 'ਤੇ ਇੱਟਾਂ ਜਾ ਵੱਜੀਆਂ ਸਨ। ਜਿਹੜੀ ਸਾਹਿਬਜ਼ਾਦੇ ਅੰਗ ਨੂੰ ਛੂੰਹਦੀ ਇੱਟ, ਉਹੀ ਇੱਟ ਉੱਡ ਪੈਂਦੀ ਸੀ। ਜਿਹੜੀ ਇੱਟ ਸਾਹਿਬਜ਼ਾਦਿਆਂ ਦੇ ਚਰਨ ਨਾਲ ਲੱਗਦੀ, ਜਿਹੜੀ ਇੱਟ ਸਾਹਿਬਜ਼ਾਦਿਆਂ ਦੇ ਸਾਧ ਸੰਗਤ ਜੀ ਲੱਤ ਦੇ ਨਾਲ ਲੱਗਦੀ, ਉਹੀ ਉੱਡ ਪੈਂਦੀ ਸੀ। ਇਸ ਤਰ੍ਹਾਂ ਬੜੇ ਭੈਭੀਤ ਹੋਏ, ਕਹਿੰਦੇ ਵੀ ਕੀ ਕੀਤਾ ਜਾਏ, ਕੋਈ ਉਪਰਾਲਾ ਨਹੀਂ ਚੱਲ ਰਿਹਾ ਹੈ। ਉੱਧਰੋਂ ਠੰਡ ਬਹੁਤ ਪੈ ਰਹੀ, ਲੋਕ ਜਿਹੜੇ ਧਰਮੀ ਲੋਕ ਰੋ ਰਹੇ ਹਨ, ਵਿਰਾਗ ਕਰ ਰਹੇ, ਜਿਹੜੇ ਦੁਸ਼ਟ ਲੋਕ ਹੱਸ ਰਹੇ ਹਨ, ਕਹਿੰਦੇ ਜਿੱਦ ਕਰਕੇ ਬੱਚਿਆਂ ਨੇ ਜਾਨ ਗਵਾਈ ਆਪਣੀ। ਇਸ ਤਰ੍ਹਾਂ ਨੀਂਹ ਖੜੀ ਕਰ ਲਈ। ਫਿਰ ਅਖੀਰੀ ਇਹਨਾਂ ਨੇ ਸਾਧ ਸੰਗਤ ਜੀ ਹੱਥ ਪਾ ਕੇ ਇੱਟਾਂ ਜਿਹੜੀਆਂ ਨੀਹਾਂ ਖੜੀਆਂ ਕਰਨੀ ਸ਼ੁਰੂ ਕੀਤੀਆਂ। ਜਿਹੜੀ ਇੱਟ ਇਹਨਾਂ ਦੇ ਹੱਥ ਨਹੀਂ ਰੱਖਦੇ, ਉਹ ਇੱਟ ਉੱਡ ਪੈਂਦੀ ਸੀ, ਇਹਨਾਂ ਦੇ ਮੂੰਹ 'ਤੇ ਵੱਜਦੀ ਸੀ। ਇਸ ਤਰ੍ਹਾਂ ਬੜਾ ਜਿਹੜਾ ਹੈ ਉੱਥੇ ਭਿਆਨਕ ਸਮਾਂ ਹੋਇਆ। ਉਸ ਵੇਲੇ ਮਲੇਰੀਆ ਨੇ ਸਾਧ ਸੰਗਤ ਜੀ ਹਾ ਦਾ ਨਾਰਾ ਮਾਰਿਆ, ਕਹਿੰਦੇ ਵਜੀਦਿਆ ਵੇਖ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੰਗ ਕਰਨੀ ਸੀ, ਉੱਥੇ ਤਾਂ ਤੂੰ ਲੜ ਨਹੀਂ ਸਕਿਆ ਹੈ। ਚਮਕੌਰ ਦੀ ਗੜੀ ਵਿੱਚ ਗੁਰੂ ਸਾਹਿਬ ਜੀ ਨੇ ਜਦੋਂ ਤਾੜੀ ਮਾਰੀ ਹੈ, ਅਤੇ 3 ਕੋਹ ਤੱਕ ਜਿਹੜੀਆਂ ਆਪੋ ਵਿੱਚ ਫੌਜ ਕੱਟਾ ਵੱਡੀ ਹੋ ਗਈ ਸਾਰੇ, ਅਤੇ ਤੂੰ ਹਾਥੀ ਦੇ ਚੜ੍ਹੇ ਨੇ ਜਿਹੜੇ ਛਾਲ ਮਾਰ ਕੇ ਅਤੇ ਡਿੱਗਾ ਸੀ ਨੀਵੀਂ ਥਾਂ ਦੇ ਵਿੱਚ, ਜਿਵੇਂ ਮੁਰਦਾ ਕਬਰ 'ਚ ਪਿਆ ਦੇਵੇ ਤੂੰ ਪੈ ਗਿਆ ਸੀ ਵੀ ਮੈਨੂੰ ਨਾ ਕਿਤੇ ਮੈਂ ਨਾ ਮਾਰਿਆ ਜਾਵਾਂ। ਅਤੇ ਜਿਹੜਾ ਖਵਾਜਾ ਮਰਦੂਦ 10 ਲੱਖ ਫੌਜ ਦਾ ਸਰਦਾਰ, ਉਹਨੇ ਚਮਕੌਰ ਦੀ ਗੜੀ ਦੇ ਨਾਲ ਲੱਗ ਕੇ ਸਾਧ ਸੰਗਤ ਜੀ ਆਪਣੀ ਜਾਨ ਬਚਾਈ ਸੀ। ਅਤੇ ਮਲੇਰਕੋਟਲੀ ਕਹਿਣ ਲੱਗੇ, ਹੇ ਵਜੀਦਾ ਦਾ ਤਾਂ ਤੂੰ ਜੰਗ ਕਰ ਨਾ ਸਕਿਆ, ਜਿਸ ਗੁਰੂ ਸਾਹਿਬ ਨਾਲ ਲੜਨਾ ਸੀ ਤੂੰ ਲੜ ਨਾ ਸਕਿਆ। ਹੁਣ ਸ਼ੀਰਖੋਰ ਬੱਚਿਆਂ ਦਾ ਤੇਰਾ ਕੀ ਵਿਗਾੜਿਆ ਹੈ? ਇਹਨਾਂ ਨੂੰ ਕਿਉਂ ਤੂੰ ਸ਼ਹੀਦ ਕਰਨਾ ਚਾਹੁੰਦਾ ਹੈ? ਇਹ ਵੇਖ ਲਾ, ਜੇ ਤੂੰ ਇਵੇਂ ਕਰੇਂਗਾ ਸਰਹੰਦ ਜਿਹੜੀ ਵਸਦੀ ਨਹੀਂ ਰਹੇਗੀ, ਇਹ ਸਰਹੰਦ ਉੱਜੜ ਜਾਊਗੀ ਵੇਖ ਤੇਰੀ ਕਰਨੀ ਕਰਕੇ। ਉਸ ਵੇਲੇ ਸਾਧ ਸੰਗਤ ਜੀ ਨਵਾਬ ਦਾ ਮਨ ਫਿਰ ਗਿਆ ਸੀ। ਇਹਨੇ ਸੋਚਿਆ ਮੈਂ ਸਾਹਿਬਜ਼ਾਦੇ ਨੂੰ ਰਿਹਾ ਕਰਦਾ, ਕਿਉਂਕਿ ਉਮਰ ਦੇ ਬਹੁਤ ਛੋਟੇ ਨੇ। ਉਸ ਵੇਲੇ ਝੂਠਾ ਆਨੰਦ ਬੋਲ ਪਿਆ, ਕਹਿੰਦਾ ਨਵਾਬ ਸਾਹਿਬ ਜੇ ਗਲਤੀ ਕਰ ਲਈ ਨਾ, ਵੇਖ ਲਾ ਜਿਵੇਂ ਇਹਨਾਂ ਦੇ ਪਿਤਾ ਨੇ 22 ਧਾਰ ਦੇ ਰਾਜਾਂ ਵਿੱਚ ਥੱਲੀ ਮਚਾ ਦਿੱਤੀ ਹੈ, ਕਿਸੇ ਨੂੰ ਸੁੱਖ ਨਾਲ ਰਾਜ ਨਹੀਂ ਕਰਨ ਦਿੱਤਾ। ਜੇ ਵੱਡੇ ਹੋ ਗਏ ਤੈਨੂੰ ਰਾਜ ਨਹੀਂ ਕਰਨ ਦੇਣਗੇ, ਸੁੱਖ ਦਾ ਸਾਹ ਨਹੀਂ ਲੈਣ ਦੇਣਾ, ਅੱਗੇ ਤੂੰ ਵੇਖ ਲਾ ਕੀ ਕਰਨਾ ਹੈ। ਇਹਨੂੰ ਛੱਡਣਾ ਗਲਤੀ ਹੋਊਗੀ। ਉਸ ਵੇਲੇ ਸਾਧ ਸੰਗਤ ਜੀ ਝੂਠੇ ਆਨੰਦ ਖੱਤਰੀ ਨੇ ਗੱਲ ਕਹਿ ਕੇ ਨਵਾਬ ਦਾ ਇਰਾਦਾ ਹਰਾਤਾ, ਅਤੇ ਜਿਸ ਕਰਕੇ ਨਵਾਬ ਕਹਿੰਦਾ ਵੀ ਇਹਨਾਂ ਨੂੰ ਜਿੰਦਾ ਨੀਹਾਂ ਚਿਣਿਆ ਜਾਏ। ਸਾਹਿਬਜ਼ਾਦੇ ਨੀਂਹ ਵਿੱਚ ਖੜ੍ਹੇ ਹਨ, ਜਪਜੀ ਸਾਹਿਬ ਦਾ ਪਾਠ ਕਰ ਰਹੇ ਹੈ। ਜਦੋਂ ਕੰਧ ਉਸਾਰਦਿਆਂ ਫੜ ਕੇ ਕੰਧ ਇਹਨਾਂ ਨੇ ਕੀਤੀ ਹੈ, ਸਾਧ ਸੰਗਤ ਜੀ ਜੋ ਛਾਤੀ ਤੱਕ ਕੰਧ ਆਈ ਹੈ, ਉਸ ਵੇਲੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਹੈ। ਸਾਹਿਬਜ਼ਾਦੇ ਨੇ ਫਤਿਹ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਦੋਂ ਫਤਿਹ ਬੁਲਾਈ ਹੈ, ਦੋਨੋਂ ਸਾਹਿਬਜ਼ਾਦੇ ਸਾਧ ਸੰਗਤ ਜੀ ਜੋਤੀ ਜੋਤ ਸਮਾ ਗਏ। ਭਾਵੇਂ ਲੋਕ ਕਹਿੰਦੇ ਆ ਆਖੇ ਜੀ ਸਾਹਿਬਜ਼ਾਦੇ ਕੰਧ ਜਿਹੜੀ ਫਟ ਗਈ, ਸਾਹਿਬਜ਼ਾਦੇ ਡਿੱਗ ਪਏ, ਸਹਿਕਦੇ ਸਨ, ਫਿਰ ਜਲਾਦਾਂ ਨੇ ਛੁਰੀਆਂ ਫੇਰੀਆਂ,
ਤੇ ਇੱਕ ਸਾਹਿਬ ਜਿਹੜੀ 2.5 ਮਿੰਟ ਬਾਅਦ ਸਰੀਰ ਛੱਡਿਆ ਹੈ। ਇੱਕ 7 ਮਿੰਟ ਸਾਹਿਬ ਜਿਹੜੇ ਚਰਨ ਮਾਰਦੇ ਰਹੇ ਹੈ। ਇਹ ਭਾਈ ਕਿੱਡਾ ਨਰਸ ਹੈ ਇਹ ਕਥਾ ਦਾ। ਵੇਖੋ ਗੁਰੂ ਕੇ ਸਾਹਿਬਜ਼ਾਦੇ ਹੋਣ ਦੇ ਚਰਨ ਮਾਰਨੇ ਕਿਤੇ ਹੋ ਸਕਦਾ ਹੈ। ਭਾਈ ਮਤੀ ਦਾਸ ਹੁਣ ਆਰੇ ਨਾਲ ਚੀਰੇ ਗਏ ਸੀ ਤੱਕ ਨਹੀਂ ਕੀਤਾ ਹੈ ਤੇ ਸਾਹਿਬਜ਼ਾਦੇ ਕਿਵੇਂ ਚਰਨ ਮਾਰ ਸਕਦੇ ਹੈ। ਇਹ ਇਤਿਹਾਸਕਾਰ ਲੋਕ ਜਿਹੜੇ ਝੂਠੀਆਂ ਤੁਹਮਤਾਂ ਲਾ ਕੇ ਨਾ ਇਤਿਹਾਸ ਨੂੰ ਬਹੁਤਾ ਗੌਰਵਮਈ ਬਣਾਉਣ ਵਾਸਤੇ ਵੀ ਸੰਗਤ ਜਿਹੜੀ ਰੋਣ ਲੱਗ ਪਏ, ਅਥਰੂ ਡਿੱਗ ਪੈਣ ਲੱਗ ਪੈਣ, ਕਥਾਵਾਚਕ ਕਥਾ ਕਰੇ ਤੇ ਸੰਗਤ ਵਾਹਿਗੁਰੂ ਵਾਹਿਗੁਰੂ ਕੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜੇ ਬਹੁਤਾ ਡੂੰਘਾਈ ਵਿੱਚ ਜਾ ਕੇ ਲਿਖ ਦਿੰਦੇ ਹੈ। ਸਾਹਿਬਜ਼ਾਦਿਆਂ ਦਾ ਸਰੀਰ ਸਾਧ ਸੰਗਤ ਜੀ ਦੀਵਾਰ ਵਿੱਚ ਜਪਜੀ ਸਾਹਿਬ ਦਾ ਭੋਗ ਪਾ ਕੇ ਛੁੱਟ ਗਿਆ ਸੀ। ਉਦੋਂ ਜੋਤੀ ਜੋਤ ਸਮਾ ਗਏ ਸਨ ਸਾਹਿਬਜ਼ਾਦੇ। ਅਖੀਰੀ ਕੰਧ ਜਦੋਂ ਫਟੀ ਹੈ, ਸਰੀਰ ਜਿਹੜੇ ਛੱਡ ਦਿੱਤੇ ਸਾਹਿਬਜ਼ਾਦੇ ਨੇ। ਇਹ ਜਿਹੜਾ ਬਾਣਾ ਪੰਜ ਭੂਤਕ ਦਾ ਛੱਡ ਦਿੱਤਾ ਹੈ। ਜਲਾਦਾਂ ਨੇ ਸਾਧ ਸੰਗਤ ਜੀ ਮੌਲਵੀਆਂ ਕਾਜ਼ੀਆਂ ਦੇ ਜਿਹੜੇ ਹੁਕਮ ਨਾਲ, ਨਵਾਬ ਦੇ ਹੁਕਮ ਨਾਲ, ਛੁਰੀ ਦੇ ਨਾਲ ਸਾਹਿਬਜ਼ਾਦੇ ਦੇ ਸਿਰ ਜਿਵੇਂ ਕੀਤੇ ਹਨ। ਉਹ ਸਿਰ ਕੱਢ ਦਿੱਤੇ ਤੇ ਸਰੀਰ ਜਿਹੜੇ ਹੈ ਉਹ ਜਿੱਥੇ ਅੱਜ ਵੀ ਸਥਾਨ ਜਾ ਕੇ ਵੇਖੋਗੇ ਨਿਹੰਗ ਸਿੰਘਾਂ ਕੋਲ ਸਥਾਨ ਹੈ, ਉੱਥੇ ਸਰੀਰ ਜਿਹੜੇ ਸੁੱਟ ਦਿੱਤੇ ਸਨ। ਤੇ ਮਾਤਾ ਸਾਹਿਬ ਜੀ ਜਦੋਂ ਠੰਡੇ ਬੁਰਜ ਵਿੱਚ ਬੈਠੇ ਹੋਏ ਹੈ, ਉਸ ਵੇਲੇ ਇਹ ਜਦੋਂ ਬੜਾ ਕਹਿਰ ਹੋਇਆ, ਬੜੀ ਭਾਰੀ ਹਨੇਰੀ ਆਈ, ਸਾਧ ਸੰਗਤ ਜੀ ਸਾਰੇ ਚਿੱਤ ਉਦਾਸ ਹੋ ਗਏ ਤੇ ਧਰਮੀ ਲੋਕ ਰੋਣ ਲੱਗ ਪਏ। ਜਿਹੜੇ ਸਨ ਦੂਸਰੇ ਜ਼ਾਲਮੀ ਲੋਕ ਹੱਸਦੇ, ਕਹਿੰਦੇ ਇਹਨਾਂ ਬੱਚਿਆਂ ਨੇ ਠੀਕ ਨਹੀਂ ਕੀਤਾ, ਕੀ ਲੈਣਾ ਸੀ ਇਹ ਧਰਮ ਵਿੱਚੋਂ, ਦੱਸੋ ਧਰਮ ਦੇ ਬੰਦੇ ਦੇ ਬਣਾਏ ਹੋਏ ਹੈ, ਇਹ ਛੱਡ ਦੇਣਾ ਚਾਹੀਦੀ ਸੀ ਜਿੱਦ, ਨਵਾਬ ਬਣ ਕੇ ਨਵਾਬ ਦੀਆਂ ਕਾਕੀਆਂ ਨਾਲ ਸ਼ਾਦੀ ਕਰਕੇ ਜਿਉਂਦੇ, ਕਾਹਨੂੰ ਇੱਦਾਂ ਕਰਨਾ ਸੀ। ਇਸ ਤਰ੍ਹਾਂ ਲੋਕ ਗੱਲਾਂ ਕਰ ਰਹੇ ਆ। ਧਰਮੀ ਲੋਕਾਂ ਦੇ ਚਿੱਤ ਉਦਾਸ ਹੋ ਗਏ, ਕਹਿੰਦੇ ਇਹ ਵੇਖੋ ਸਰਹੰਦ ਉਜੜੀ ਜਾਏਗੀ, ਹੁਣ ਰਹੇਗੀ ਨਹੀਂ, ਇਹ ਬੜਾ ਕਹਿਰ ਭਾਰੀ ਹੋ ਗਿਆ ਹੈ। ਉਸ ਵੇਲੇ ਬਾਬਾ ਮੋਤੀ ਮਹਿਰਾ ਜੀ ਸਮਝੋ ਉਹ ਮਾਤਾ ਸਾਹਿਬ ਜੀ ਪਾਸ ਉੱਥੇ ਗਏ ਆ ਸਾਧ ਸੰਗਤ ਜੀ ਠੰਡੇ ਬੁਰਜ ਵਿੱਚ ਜਾ ਕੇ ਕਹਿਣ ਲੱਗੇ, ਮਾਤਾ ਸਾਹਿਬ ਜੀ ਸਾਹਿਬਜ਼ਾਦੇ ਜਿਹੜੇ ਸਤਿਗੁਰੂ ਕੇ ਜਿਗਰ ਕੇ ਟੋਟੇ ਮਾਤਾ ਜੀ ਉਹ ਸ਼ਹੀਦ ਹੋ ਗਏ। ਮਾਤਾ ਜੀ ਉਹਨਾਂ ਨੇ ਸਰੀਰ ਛੱਡ ਦਿੱਤਾ ਹੈ, ਇਹ ਜ਼ਾਲਮਾਂ ਨੇ ਕਹਿਰ ਕਮਾਇਆ ਹੈ। ਮਾਤਾ ਸਾਹਿਬ ਜੀ ਸੁਣ ਕੇ ਕਹਿਣ ਲੱਗੇ, ਕੋਈ ਗੱਲ ਨਹੀਂ, ਇਹਨਾਂ ਦੇ ਦਾਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਖਾਤਰ ਸੀਸ ਦਿੱਤਾ ਸੀ। ਸੀਸ ਦਿਆ ਪਰ ਸਿਰ ਨਾ ਦਿਆ, ਸਾਧਨ ਹੈ ਰੀਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਉਹਨਾਂ ਨੇ ਵੀ ਸੀਸ ਦਿੱਤਾ ਸੀ, ਇਹ ਉਹਨਾਂ ਦੇ ਪੋਤਰੇ ਸਨ, ਇਹਨਾਂ ਨੂੰ ਵੀ ਯੋਗ ਹੀ ਸੀ ਸਰੀਰ ਜਿਹੜਾ ਸੀਸ ਦੇਣਾ, ਧਰਮ ਦੀ ਖਾਤਰ ਜਾਣਾ ਇਹਨਾਂ ਨੂੰ ਯੋਗ ਹੀ ਸੀ। ਧੰਨ ਹਨ ਸਾਹਿਬਜ਼ਾਦੇ ਜਿਨ੍ਹਾਂ ਨੇ ਪਿਤਾ ਆਪਣੇ ਜਿਹੜੇ ਬਚਨ ਪੂਰੇ ਕੀਤੇ ਹੈ। ਸਿੱਖੀ ਨਹੀਂ ਤਿਆਗੀ, ਧਰਮ ਨਹੀਂ ਤਿਆਗਿਆ, ਫਿਰ ਕੀ ਹੋ ਗਿਆ, ਸਰੀਰ ਕਿਹੜੇ ਸਦਾ ਕਾਇਮ ਰਹਿਣੇ ਆ, ਜਾਣਾ ਦੇ ਸਭ ਨੇ ਇੱਕ ਦਿਨ ਹੈ। ਇਹ ਧਰਮ ਤੇ ਨਾ ਹਾਰੇ, ਆਪਣਾ ਧਰਮ ਤੇ ਪੂਰਾ ਲੈ ਕੇ ਗਏ ਹੈ ਨਾ। ਇਸ ਤਰ੍ਹਾਂ ਜਦੋਂ ਮਾਤਾ ਸਾਹਿਬ ਜੀ ਨੇ ਕਿਹਾ, ਉਸ ਵੇਲੇ ਸਾਧ ਸੰਗਤ ਜੀ ਬਾਬਾ ਮੋਤੀ ਮਹਿਰਾ ਜੀ ਬੜਾ ਵਿਰਾਗ ਕੀਤਾ, ਕਹਿੰਦੇ ਮਾਤਾ ਜੀ ਧੰਨ ਹਨ ਤੁਹਾਡੇ ਜਿਗਰੇ, ਸਾਡੇ ਕੋਲ ਤਾਂ ਰਿਹਾ ਨਹੀਂ ਜਾ ਰਿਹਾ। ਉਸ ਵੇਲੇ ਕਈ ਲਿਖਦੇ ਆ, ਕਹਿੰਦੇ ਮਾਤਾ ਸਾਹਿਬ ਜੀ ਨੇ ਸੁਣ ਕੇ ਛਾਲ ਮਾਰ ਦਿੱਤੀ ਠੰਡੇ ਬੁਰਜ ਵਿੱਚੋਂ। ਇਹ ਝੂਠ ਹੈ ਸਾਧ ਸੰਗਤ ਜੀ। ਕਈ ਕਹਿੰਦੇ ਮਾਤਾ ਜੀ ਕਹਿਣ ਲੱਗੇ ਟੋਡਰ ਮੱਲ ਕੋਂ ਵੀ ਹੀਰਾ ਲੈ ਕੇ ਆ, ਉਹ ਹੀਰਾ ਚੱਟ ਕੇ ਮਾਂ ਦੇ ਸਰੀਰ ਛੱਡਿਆ। ਇਹ ਸਭ ਝੂਠ ਹਨ ਸਾਧ ਸੰਗਤ ਜੀ। ਇਹ ਤੁਰਕ ਲੋਕਾਂ ਨੇ ਇਤਿਹਾਸ ਨੂੰ ਜਿਹੜਾ ਹੈ ਖਰਾਬ ਕਰਨ ਵਾਸਤੇ ਗੱਲਾਂ ਲਿਖੀਆਂ, ਕੋਈ ਗੱਲ ਸੱਚ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣੇ ਬਚਨ ਹਨ, ਤਾਤ ਮਾਤਮੁਰ ਅਲਖ ਅਰਾਧਾ, ਬਹੁ ਬਿਧ ਜੋਗ ਸਾਧਨਾ ਸਾਧਾ। ਵੀ ਸਾਡੇ ਮਾਤਾ ਸਾਹਿਬ ਜੀ ਜਿਹੜੇ ਯੋਗਾ ਅਭਿਆਸੀ ਸਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਬਾਬੇ ਬਕਾਲੇ ਵਿਖੇ ਤਪ ਕਰਦੇ ਰਹੇ 26 ਸਾਲ ਸਾਧ ਸੰਗਤ ਜੀ, ਉਸ ਵੇਲੇ ਮਾਤਾ ਜੀ ਵੀ ਯੋਗਾ ਅਭਿਆਸੀ ਬਣ ਕੇ ਤੇ ਯੋਗ ਅਭਿਆਸ ਦੇ ਨਾਲ ਸਿਮਰਨ ਕਰਦੇ ਰਹੇ, ਜੁੜੇ ਰਹੇ ਪਰਮੇਸ਼ਰ ਵਿੱਚ। ਇਸ ਤਰ੍ਹਾਂ ਮਾਤਾ ਜੀ ਹੋਣਹਾਰ ਸਨ, ਮਾਤਾ ਜੀ ਨੇ ਕੋਈ ਛਾਲ ਨਹੀਂ ਮਾਰੀ ਹੈ। ਮਾਤਾ ਜੀ ਕਹਿਣ ਲੱਗੇ, ਉਸ ਵੇਲੇ ਜਲ ਮੰਗਵਾਇਆ ਹੈ, ਇਸ਼ਨਾਨ ਕੀਤਾ। ਇਹਨਾਂ ਨੂੰ ਸਾਧ ਸੰਗਤ ਜੀ ਸੂਖਮ ਸਰੀਰ ਵਿੱਚ ਸਾਹਿਬਜ਼ਾਦਿਆਂ ਨੇ ਆ ਕੇ ਫਤਿਹ ਬੁਲਾਈ ਮਾਤਾ ਸਾਹਿਬ। ਮਾਤਾ ਜੀ ਕਹਿਣ ਲੱਗੇ, ਸਾਹਿਬਜ਼ਾਦਿਓ ਕਾਕੋ ਤੁਹਾਡੇ ਦਰਸ਼ਨ ਨਹੀਂ ਹੋ ਰਹੇ। ਸਾਹਿਬਜ਼ਾਦੇ ਕਹਿਣ ਲੱਗੇ, ਮਾਤਾ ਸਾਹਿਬ ਜੀ ਅਸਾਂ ਨੇ ਅਕਾਲ ਬਾਣਾ ਜਿਹੜਾ ਪੈਣ ਲਿਆ ਉਹ ਸਰੀਰ ਹੁਣ ਦੇਖਣ ਯੋਗ ਨਹੀਂ ਰਿਹਾ, ਹੁਣ ਅਸੀਂ ਦਾਦਾ ਗੁਰੂ ਜੀ ਪਾਸ ਜਾ ਰਹੇ ਹਾਂ। ਮਾਤਾ ਸਾਹਿਬ ਜੀ ਕਹਿਣ ਲੱਗੇ, ਕਾਕਿਓ ਅਸੀਂ ਤੁਹਾਡੇ ਨਾਲ ਹੀ ਜਾ ਰਹੇ, ਸਾਡਾ ਵੀ ਤਿਆਰਾ ਹੈ। ਇਸ ਤਰ੍ਹਾਂ ਮਾਤਾ ਸਾਹਿਬ ਨੇ ਇਸ਼ਨਾਨ ਕਰਕੇ ਸਾਧ ਸੰਗਤ ਜੀ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ। ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕੀਤਾ। ਫਿਰ ਦਸਮ ਦੁਆਰੇ ਸਵਾਸ ਚੜ੍ਹਾ ਕੇ, ਇਹ ਜਿੱਥੇ ਸਿਰ ਦੇ ਵਿੱਚ ਦਸਮ ਦੁਆਰ ਹੁੰਦਾ, ਬ੍ਰਹਮਰ ਅੰਦਰ ਨਾੜੀ ਜਿਹੜੀ ਫੋੜ ਕੇ ਮਾਤਾ ਸਾਹਿਬ ਨੇ ਸਰੀਰ ਛੱਡਿਆ ਸੀ, ਕੋਈ ਛਾਲ ਨਹੀਂ ਸੀ ਮਾਰੀ।
ਇਹ ਇਤਿਹਾਸ ਨੂੰ ਖਰਾਬ ਕਰਨ ਵਾਸਤੇ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹੈ। ਮਾਤਾ ਸਾਹਿਬ ਜੀ ਹੋਣਹਾਰ ਸਨ। ਜਦੋਂ ਖਾਲਸਾ ਸਮਾਚਾਰ ਵਾਲੇ ਜਿਹੜੇ ਬੜੇ ਗੁਰਮੁਖ ਸਨ, ਉਹਨਾਂ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਭਾਈ ਸਾਹਿਬ ਜੀ ਲੋਕ ਕਹਿੰਦੇ ਆ ਕਿ ਮਾਤਾ ਸਾਹਿਬ ਜੀ ਨੇ ਛਾਲ ਮਾਰ ਕੇ ਸਰੀਰ ਛੱਡਿਆ, ਇਹ ਗੱਲ ਠੀਕ ਹੈ? ਉਹ ਕਹਿਣ ਲੱਗੇ ਭਾਈ ਵਾਹਿਗੁਰੂ ਕਹੋ, ਮਾਤਾ ਸਾਹਿਬ ਜੀ ਦੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਹੈ, ਉਹ ਭਲਾ ਛਾਲ ਮਾਰ ਸਕਦੇ? ਗੁਰੂ ਕੇ ਸਿੱਖ ਹੀ ਮੋਹ ਨਹੀਂ ਕਰਦੇ ਰਹੇ, ਮਾਤਾ ਸਾਹਿਬ ਜੀ ਕਿਵੇਂ ਮੋਹ ਕਰ ਸਕਦੇ? ਭਾਈ ਇਹੋ ਜਿਹੇ ਬਚਨ ਨਹੀਂ ਕਰਨੇ ਚਾਹੀਦੇ ਗੁਰੂ ਕੇ ਸਿੱਖ ਬਣ ਕੇ। ਇਸ ਤਰ੍ਹਾਂ ਮਾਤਾ ਸਾਹਿਬ ਨੇ ਸਰੀਰ ਛੱਡਿਆ। ਸਾਧ ਸੰਗਤ ਜੀ ਤਿੰਨੇ ਸਰੀਰਾਂ ਨੂੰ ਜਿਹੜੇ ਆ, ਅੱਜ ਤੁਸੀਂ ਜਾਓਗੇ ਨਾ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸਾਹਿਬ ਬਣਿਆ ਹੋਇਆ ਨੀਵੀਂ ਜੀ ਥਾਂ 'ਤੇ, ਉੱਥੇ ਸਰੀਰ ਜਿਹੜੇ ਇਹ ਜਾਨਮਾਂ ਨੇ ਸੁੱਟ ਦਿੱਤੇ। ਨਾਲ ਇਹ ਢੰਡੋਰਾ ਪਿੱਟ ਦਿੱਤਾ, ਜਿਹੜਾ ਇਹਨਾਂ ਨੂੰ ਜਿਹੜਾ ਸੰਸਕਾਰ ਕਰੂਗਾ ਉਹਦਾ ਘਾਣ ਬੱਚਾ ਪੀੜਿਆ ਜਾਊਗਾ। ਇਸ ਤਰ੍ਹਾਂ ਸਾਹਿਬਜ਼ਾਦੇ ਦੀ ਸ਼ਹੀਦੀ ਹੋਈ ਸਾਏ, ਜਿਉਂ ਜਲ ਮਹਿ ਜਲ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਮਾਨਾ। ਜਦੋਂ ਉੱਥੇ ਸਰੀਰ ਸੁੱਟੇ ਆ ਸਾਧ ਸੰਗਤ ਜੀ, ਉੱਥੇ ਸ਼ੇਰਾਂ ਨੇ ਰਾਤ ਸਾਰੀ ਰਾਖੀ ਕੀਤੀ। ਉਹ ਅੱਜ ਵੀ ਸਥਾਨ ਬਣਿਆ ਹੋਇਆ, ਤਿੰਨੇ ਥੜੇ ਸਾਹਿਬ ਬਣੇ ਹੋਏ ਸਾਹਿਬਜ਼ਾਦਿਆਂ ਦੇ ਮਾਤਾ ਸਾਹਿਬ ਜੀ ਦਾ। ਸ਼ੇਰਾਂ ਨੇ ਰੱਖਿਆ ਕੀਤੀ ਰਾਤ। ਫਿਰ ਬਾਬਾ ਟੋਡਰ ਮੱਲ ਹੋਣਾ ਨੂੰ ਪਤਾ ਲੱਗਾ ਸੀ, ਫਿਰ ਕੋਈ ਹਿੰਮਤ ਨਾ ਕਰੇ ਤੇ ਬਾਬਾ ਟੋਡਰ ਮੱਲ ਜੋ ਉਹ ਵੀ ਹਿੰਦੂ ਹੀ ਸੀ, ਖੱਤਰੀ, ਉਹ ਆਇਆ ਨਵਾਬ ਸਾਹਿਬ ਪਾਸੋਂ, ਕਹਿੰਦਾ ਨਵਾਬ ਜੀ ਇਹ ਮੈਨੂੰ ਸਰੀਰ ਜਿਹੜਾ ਸਾਹਿਬਜ਼ਾਦੇ ਸਰੀਰ ਦੇ ਮੈਂ ਸੰਸਕਾਰ ਕਰਨਾ ਚਾਹੁੰਦਾ ਹਾਂ। ਇਹ ਬੇਈਮਾਨੀ ਕੀਤੀ, ਕਹਿੰਦਾ ਜੇ ਸੰਸਕਾਰ ਕਰਨਾ ਹੈ ਤੇ ਜ਼ਮੀਨ ਮੁੱਲ ਲੈਣੀ ਪਊਗੀ ਸਰਹੰਦ ਦੇ ਵਿੱਚ। ਉਹ ਕਹਿੰਦੇ ਮੈਂ ਲੈ ਲੈਣਾ। ਕਹਿੰਦੇ ਕਿੰਨੀ ਕੁ ਜ਼ਮੀਨ ਤੂੰ ਲੈ ਸਕਦਾ ਹੈ? ਮੋਹਰਾਂ ਖੜੀਆਂ ਕਰ ਜੇ ਤੂੰ ਜ਼ਮੀਨ ਲੈਣ ਜਿੱਥੇ ਸੰਸਕਾਰ ਕਰਨਾ ਹੈ। ਬਾਬਾ ਟੋਡਰ ਮੱਲ ਬਹੁਤ ਧਨਾੜ ਸਨ। ਉਹਨਾਂ ਨੇ ਸਾਧ ਸੰਗਤ ਜੀ ਮੋਹਰਾਂ ਲੈ ਕੇ, ਤੇ ਜਦੋਂ ਮੋਹਰਾਂ ਲੰਮੇ ਰੁਖ ਪਾਈਆਂ ਹੈ, ਇਹ ਨਵਾਬ ਸਾਹਿਬ ਸ਼ੈਤਾਨੀ ਨਾਲ ਕਹਿੰਦਾ ਖੜਿਆਂ ਕਰਕੇ ਜਿਹੜੀਆਂ ਮੋਹਰਾਂ ਰੱਖ ਜੇ ਤੂੰ ਸੰਸਕਾਰ ਕਰਨਾ ਹੈ ਤਾਂ। ਉਸ ਵੇਲੇ ਖੜੀਆਂ ਮੋਹਰਾਂ ਕੀਤੀਆਂ। ਸਾਧ ਸੰਗਤ ਜੀ ਬੜੀ ਮਹਿੰਗੀ ਜ਼ਮੀਨ ਖਰੀਦੀ। ਅੱਜ ਦੁਨੀਆ ਦੇ ਉੱਪਰ ਜੇ ਮਹਿੰਗੀ ਜ਼ਮੀਨ ਹੈ ਤਾਂ ਉਹ ਸਰਹੰਦ ਦੀ ਧਰਤੀ ਜੋਤੀ ਸਰੂਪ ਵਾਲੀ ਸਥਾਨ ਹੈ, ਹੋਰ ਕੋਈ ਮਹਿੰਗੀ ਜ਼ਮੀਨ ਨਹੀਂ ਹੈ। ਉੱਥੇ ਫਿਰ ਮੋਹਰਾਂ ਖੜੀਆਂ ਕਰਕੇ ਬਾਬਾ ਟੋਡਰ ਮੱਲ ਜੀ ਨੇ ਸਾਧ ਸੰਗਤ ਜੀ ਸੰਸਕਾਰ ਕੀਤਾ ਸਾਹਿਬਜ਼ਾਦਿਆਂ ਦਾ, ਮਾਤਾ ਸਾਹਿਬ ਜੀ ਦਾ। ਇਹ ਜੋਤੀ ਸਰੂਪ ਸਥਾਨ ਉੱਥੇ ਬਣਿਆ ਹੋਇਆ ਹੈ। ਫਿਰ ਉੱਥੇ ਸੰਗਤ ਵੱਲੋਂ ਅਰਦਾਸ ਕੀਤੀ ਗਈ, ਜੋ ਸੰਗਤ ਉਦੋਂ ਬੋਲੀ ਨਹੀਂ ਸੀ, ਉਹਨਾਂ ਨੇ ਅਰਦਾਸ ਕੀਤੀ, ਕੀਰਤਨ ਕੀਤਾ, ਕੜਾਹ ਪ੍ਰਸ਼ਾਦ ਦੇਗ ਵਰਤਾਈ ਗਈ। ਇਸ ਤਰ੍ਹਾਂ ਸਾਧ ਸੰਗਤ ਜੀ ਉਸ ਵੇਲੇ ਉਹਨਾਂ ਸਮਿਆਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੋ ਟਾਹਲੀਆਣਾ ਸਾਹਿਬ ਗੁਰਦੁਆਰਾ ਸਾਹਿਬ ਹੈ, ਰਾਏ ਕੱਲੇ ਦੇ ਪਾਸ ਬੈਠੇ ਸਨ। ਮਾਤਾ ਸਾਹਿਬ ਜੀ ਦੀ ਸਾਹਿਬਜ਼ਾਦੇ ਦੀ ਖਬਰ ਲੈਣ ਲਈ ਭਾਈ ਮਾਹੀ ਜੀ ਨੂੰ ਭੇਜਿਆ। ਉਹਦੀ ਸਰਹੰਦ ਰਿਸ਼ਤੇਦਾਰੀ ਸੀ। ਜਦੋਂ ਉਹ ਇੱਥੇ ਪਹੁੰਚਿਆ, ਉਹਨੂੰ ਪਤਾ ਲੱਗਾ ਸਾਹਿਬਜ਼ਾਦੇ ਸ਼ਹੀਦ ਹੋ ਗਏ ਹੈ। ਸਾਧ ਸੰਗਤ ਜੀ ਉਹ ਭਾਈ ਮਾਹੀ ਨੇ ਜਾ ਕੇ ਗੁਰੂ ਸਾਹਿਬ ਜੀ ਪਾਸ ਜਾ ਕੇ ਬੜਾ ਬਰਾਗ ਕਰਦੇ ਹੋਏ ਸਾਰਾ ਸਰਹੰਦ ਦਾ ਹਾਲ ਸੁਣਾਇਆ। ਜਦੋਂ ਹਾਲ ਸੁਣਾ ਰਿਹਾ ਹੈ, ਗੁਰੂ ਸਾਹਿਬ ਜੀ ਉਸ ਵੇਲੇ ਕਾਹੀ ਦਾ ਬੂਟਾ ਜਿਹੜਾ ਆਪਣੇ ਤੀਰ ਨਾਲ ਸੁੱਧੇ ਸਿੱਧੀ ਮਹਾਰਾਜ ਖਰੋਚ ਰਹੇ ਸਨ, ਖੁਰਚ ਰਹੇ ਹੈ। ਜਦੋਂ ਸਾਰਾ ਹਾਲ ਸੁਣਾ ਦਿੱਤਾ, ਸਤਿਗੁਰੂ ਸਾਹਿਬ ਜੀ ਨੇ ਕਾਹੀ ਦਾ ਬੂਟਾ ਜਿਹੜਾ ਆਪਣੇ ਸ੍ਰੀ ਸਾਹਿਬ ਦੀ ਨੋਕ ਨਾਲ ਬਾਹਰ ਕੱਢ ਕੇ ਮਾਰਿਆ। ਕਹਿੰਦੇ ਹੈ ਇਹ ਜਿਹੜੇ ਹੈ ਮਾਹੀ, ਉਹ ਸਰਹੰਦ ਦੇ ਵਿੱਚ ਦੱਸ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ, ਕੋਈ ਸਿੱਖ ਨਹੀਂ ਸੀ ਉੱਥੇ। ਭਾਈ ਮਾਹੀ ਕਹਿਣ ਲੱਗਾ ਮਹਾਰਾਜ 1400 ਸਿੱਖ ਸੀ ਉੱਥੇ, ਹੋਰ ਵੀ ਗੁਰੂ ਘਰ ਦੇ ਮਸੰਦ ਉੱਥੇ ਸਨ, ਕੋਈ ਨਾ ਬੋਲ ਸਕਿਆ। ਇੱਕ ਮਹਾਰਾਜ ਮਲੇਰਕੋਟਲੀਏ ਜਿਹੜਾ ਹੈ, ਉਸ ਨੇ ਮਹਾਰਾਜ ਹਾ ਦਾ ਨਾਰਾ ਮਾਰਿਆ ਮਲੇਰੀਆਂ ਨੇ, ਬਾਕੀ ਮਹਾਰਾਜ ਕੋਈ ਨਹੀਂ ਬੋਲਿਆ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਉਹ ਮਲੇਰੀਆ ਨੇ ਤੇ ਆਪਣੀ ਜੜ ਰੱਖ ਲਈ ਹੈ, ਬਾਕੀ ਮੁਗਲਾਂ ਦੀ ਜਿਹੜੀ ਸਾਰੀ ਜੜ ਪੁੱਟੀ ਗਈ ਹੈ। ਜੜ ਤੇ ਉਸ ਦਿਨ ਹੀ ਪੁੱਟੀ ਗਈ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦੀ ਕੀਤੀ ਸੀ। ਤੇ ਭਾਈ ਮਤੀ ਦਾਸ ਜੀ ਨੇ ਗੱਲ ਕਹੀ ਸੀ, ਰੰਗਜੇਬ ਜੇ ਤੂੰ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੰਦਾ ਤੂੰ ਵੀ ਚੈਨ ਨਾਲ ਸੌਂ ਨਹੀਂ ਸਕੇਗਾ ਦਿੱਲੀ ਦੇ ਵਿੱਚ। ਇਹ ਕਹਿਣ ਲੱਗਾ ਤੁਸੀਂ ਮੈਨੂੰ ਕੀ ਕਰੋਗੇ, ਤੁਹਾਨੂੰ ਮੈਂ ਸ਼ਹੀਦ ਕਰ ਦਿਆਂਗਾ, ਤੁਸੀਂ ਮੈਨੂੰ ਕੀ ਕਰ ਲਓਗੇ, ਤੁਹਾਡੇ ਵਰਗੇ ਮੈਂ ਕਈ ਦੇਖੇ ਹੈ। ਭਾਈ ਮਤੀ ਦਾਸ ਜੀ ਕਹਿੰਦੇ ਕੋਈ ਨਹੀਂ ਵੇਖਾਂਗੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਕੀਤੀ ਰਾਤ ਵਾਲੇ ਉਸ ਦਿਨ, ਇਹ ਰਾਤ ਸਾਧ ਸੰਗਤ ਜੀ ਮਹਿਲਾਂ 'ਚ ਸੁੱਤਾ ਜਾ ਕੇ ਰੰਗਜੇਬ। ਭਾਈ ਮਤੀ ਦਾਸ ਜੀ ਸ਼ਹੀਦੀ ਹੋ ਚੁੱਕੀ ਸੀ ਭਾਵੇਂ, ਪਰ ਭਾਈ ਮਤੀ ਦਾਸ ਨੇ ਸਾਧ ਸੰਗਤ ਜੀ ਰਾਤ ਇਹਦਾ ਸੁੱਤੇ ਵੇ ਦਾ ਪਲੰਗ ਮੂਧਾ ਮਾਰ ਦਿੱਤਾ। ਇਹ ਰੰਗਜੇਬ ਸੁੱਖ ਦੀ ਨੀਂਦ ਨਹੀਂ ਸੀ ਸੌਂ ਸਕਿਆ ਉਸ ਦਿਨ ਤੋਂ ਦਿੱਲੀ ਦੇ ਵਿੱਚ। ਅਖੀਰੀ ਰੋਜ਼ ਇਹੀ ਹਾਲ ਚੱਲਦਾ ਰਿਹਾ, ਬਹਾਨਾ ਬਣਾ ਕੇ ਦੱਖਣ ਵੱਲ ਜੰਗ ਦਾ, ਤੇ ਦੱਖਣ ਦੀ ਧਰਤੀ ਔਰੰਗਾਬਾਦ ਵੱਲ ਜਾ ਕੇ ਰਿਹਾ ਸੀ। ਇਹ ਸੁੱਖ ਨਾਲ ਨਹੀਂ ਸੀ ਸੌਂ ਸਕਿਆ। ਮਹਾਰਾਜ ਕਹਿੰਦੇ ਜੜ ਤੇ ਉਸ ਦਿਨ ਹੀ ਪੁੱਟੀ ਗਈ ਸੀ, ਅੱਜ ਰਹਿੰਦੀ ਖੁੰਦੀ ਪੁੱਟੀ ਗਈ, ਬਸ ਪਰਿਵਾਰ ਹੀ ਸਾਨੇ ਵਾਰਨਾ ਸੀ।
ਅੱਜ ਪਰਿਵਾਰ ਵਾਰਿਆ ਗਿਆ ਹੈ। ਹੁਣ ਇਹ ਮੁਗਲਾਂ ਦੀ ਜੜ ਜਿਹੜੀ ਰਹੇਗੀ ਨਹੀਂ, ਇਹ ਸਰਹੰਦ ਉੱਜੜ ਜਾਏਗੀ। ਇਹਦੀ ਇੱਕ ਇੱਕ ਇੱਟ ਜਿਹੜਾ ਹੈ ਸਾਡਾ ਖਾਲਸਾ ਉਹ ਸਤਲੁਜ ਦੇ ਵਿੱਚ ਪਾਏਗਾ। ਇਹ ਬਾਣੇ ਬਚਨ ਕਰ ਦਿੱਤੇ। ਰਾਏ ਕੱਲਾ ਕਹਿਣ ਲੱਗਾ, ਮਹਾਰਾਜ ਇਹ ਰਾਜਪੂਤ ਸੀ, ਇਹ ਬਣਿਆ ਮੁਸਲਮਾਨ ਸੀ ਬਾਅਦ ਵਿੱਚ। ਕਹਿੰਦਾ ਮਹਾਰਾਜ ਉਹਨਾਂ ਪਾਪੀਆਂ ਵਿੱਚ ਮੈਨੂੰ ਨਾ ਮਿਲਾਓ, ਮੈਨੂੰ ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਤੇ ਤਰਸ ਕਰੋ। ਗੁਰੂ ਸਾਹਿਬ ਜੀ ਨੇ ਆਪਣੇ ਗਾਤਰੇ ਵਾਲੀ ਸ੍ਰੀ ਸਾਹਿਬ ਨੂੰ ਦਿੱਤੀ। ਮਹਾਰਾਜ ਕਹਿੰਦੇ ਤੁਹਾਡੀ ਰੱਖਿਆ ਇਹ ਸ੍ਰੀ ਸਾਹਿਬ ਕਰੇਗੀ। ਜਿੰਨਾ ਚਿਰ ਤੁਸੀਂ ਇਸ ਸ੍ਰੀ ਸਾਹਿਬ ਦੀ ਪੂਜਨ ਕਰੋਗੇ, ਦੀਆ ਬੱਤੀ ਕਰਦੇ ਰਹੋਗੇ, ਉਹਨਾਂ ਚਿਰ ਤੁਹਾਡੀ ਜਿਹੜੀ ਹੈ ਰੱਖਿਆ ਰਹੇਗੀ। ਜਦੋਂ ਹੀ ਇਹ ਤੁਹਾਡੇ ਕਿਸੇ ਵੰਸ਼ ਵਿੱਚ ਇਸਨੇ ਸ੍ਰੀ ਸਾਹਿਬ ਪੈਰ ਲਈ ਗਲ ਦੇ ਵਿੱਚ, ਉਦੋਂ ਤੁਹਾਡਾ ਵੰਸ਼ ਜਿਹੜਾ ਖਤਮ ਹੋ ਜਾਏ। ਰਾਏ ਕੱਲਾ ਖੁਸ਼ ਵੀ ਬੜਾ ਹੋਇਆ, ਦੁਖੀ ਵੀ ਹੋਇਆ, ਦੋਨੇ ਗੱਲਾਂ ਸੁਣ ਕੇ। ਇਸ ਤਰ੍ਹਾਂ ਬੜੀ ਸੇਵਾ ਕਰਦਾ ਰਿਹਾ ਸੀ ਸਾਧ ਸੰਗਤ ਜੀ। ਬਾਅਦ ਵਿੱਚ ਮਹਾਰਾਜ ਦੇ ਜੀਨੇ 'ਚ ਚਲੇ ਗਏ, ਜੀਨੇ ਕਾਂਗੜ ਵਿਖੇ। ਇਹ ਰਾਏ ਕੱਲੇ ਦੇ ਇਹ ਸੇਵਾ ਕਰਦਾ, ਜਦੋਂ ਇਹਦਾ ਪੋਤਰਾ ਹੋਇਆ ਨਾ, ਉਹ ਕਾਜ਼ੀਆਂ ਮੁੱਲਿਆਂ ਦਾ ਬਹਿਕਾਇਆ ਹੋਇਆ ਵੀ ਸ੍ਰੀ ਸਾਹਿਬ ਪੈਣ ਲਾ, ਤੈਨੂੰ ਕੀ ਹੋ ਚੱਲਿਆ ਹੈ। ਉਸਨੇ ਮਹਾਰਾਜ ਦੀ ਸ੍ਰੀ ਸਾਹਿਬ ਗਲ ਵਿੱਚ ਪੈਣ ਲਈ ਇੱਕ ਦਿਨ ਜੰਗ ਜਿਹੜਾ ਹੈ ਜੰਗਲ ਵਿੱਚ ਗਿਆ ਸ਼ਿਕਾਰ ਖੇਡਣ। ਜਦੋਂ ਸ਼ਿਕਾਰ ਖੇਡਣ ਗਿਆ, ਸ੍ਰੀ ਸਾਹਿਬ ਬਾਹਰ ਕੱਢੀ ਹੋਈ ਸੀ। ਘੋੜੇ ਨੇ ਇਹੋ ਜਿਹੀ ਚਿਰਕੀ ਜੀ ਖਾਧੀ ਹੈ ਜਿਸ ਕਰਕੇ ਸ੍ਰੀ ਸਾਹਿਬ ਦੇ ਪੱਟ 'ਚ ਖੁੱਭ ਗਈ। ਰਾਏ ਕੱਲੇ ਦਾ ਪੋਤਰਾ ਜਿਹੜਾ ਉਹ ਜ਼ਖਮ ਦੇ ਨਾਲ ਹੀ ਸਾਧ ਸੰਗਤ ਜੀ ਮਰ ਗਿਆ ਸੀ ਬੇਔਲਾਦਾ, ਤੇ ਰਾਏ ਕੱਲੇ ਦੀ ਜਿਹੜੀ ਅੰਸ਼ ਬੰਸ ਨਾ ਰਹੀ। ਜਦੋਂ ਮਹਾਰਾਜ ਨੇ ਇੱਥੇ ਬਚਨ ਕਹੇ ਮਾਹੀ ਦੇ ਪਾਸ, ਰਾਏ ਕੱਲੇ ਦੇ ਪਾਸ, ਵੀ ਸਰਹੰਦ ਉੱਜੜ ਜਾਏਗੀ, ਇੱਧਰ ਇੱਕ ਸੰਨਿਆਸੀ ਨੂੰ ਪਤਾ ਲੱਗਾ ਸਾਧ ਸੰਗਤ ਜੀ, ਜੋ ਸਰਹੰਦ ਦੇ ਵਿੱਚ ਹੀ ਰਹਿੰਦਾ ਸੀ। ਉਹ ਪਹੁੰਚ ਗਿਆ ਮਹਾਰਾਜ ਜੀ ਪਾਸੋਂ ਬਖਸ਼ਾਉਣ ਵਾਸਤੇ ਜੀਨੇ ਕਾਂਗੜ। ਜਾ ਕੇ ਕਹਿਣ ਲੱਗਾ, ਮਹਾਰਾਜ ਸੱਚਾ ਪਾਤਸ਼ਾਹ ਕੀ ਭੁੱਲ ਹੋ ਗਈ ਹੈ, ਉੱਥੇ ਭਲੇ ਲੋਕ ਵੀ ਵਸਦੇ, ਆਪ ਜੀ ਇੱਦਾਂ ਨਾ ਕਹੋ। ਮਹਾਰਾਜ ਕਹਿੰਦੇ ਸੰਨਿਆਸੀ ਨੂੰ, ਭਾਈ ਤੂੰ ਸੰਖ ਲੈ ਲਾ, ਜਿੱਥੋਂ ਤੱਕ ਤੇਰੇ ਸੰਖ ਦੀ ਆਵਾਜ਼ ਜਾਊਗੀ ਉੱਥੋਂ ਤੱਕ ਸਰਹੰਦ ਬਾਜੂਗੀ, ਬਾਕੀ ਸਾਰੀ ਉੱਜੜ ਜਾਏਗੀ। ਇਹ ਸੰਨਿਆਸੀ ਜਿਹੜਾ ਸੰਖ ਲੈ ਕੇ ਇਹਨੇ ਸਰਹੰਦ ਵਿੱਚ ਵਜਾਇਆ ਸੀ, ਜਿੱਥੇ ਜਿੱਥੇ ਇਹਨੇ ਸੰਖ ਦੀ ਇਹਦੀ ਆਵਾਜ਼ ਗਈ ਹੈ, ਸਾਧ ਸੰਗਤ ਜੀ ਉਹ ਬਾਜ਼ਾਰ ਵਸਦਾ ਰਿਹਾ, ਬਾਕੀ ਸਾਰਾ ਬਾਜ਼ਾਰ ਜਿਹੜਾ ਉੱਜੜ ਗਿਆ ਸੀ। ਖਾਲਸੇ ਨੇ ਆਪਣੇ ਸਮੇਂ ਦੇ ਵਿੱਚ ਇੱਕ ਇੱਕ ਇੱਟ ਸਤਲੁਜ ਵਿੱਚ ਪਾਈ ਹੈ। ਵਜ਼ੀਰ ਖਾਨ ਜੀ ਨੇ ਸਾਹਿਬਜ਼ਾਦੇ ਨਾਲ ਕਹਿਰ ਕੀਤਾ। ਸਾਧ ਸੰਗਤ ਜੀ ਉਸ ਨੂੰ ਖਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਸਮੇਤ ਬੜੀ ਭੈੜੀ ਮੌਤ ਮਾਰੀ ਸੀ। ਪਿੱਠ 'ਚ ਕਿੱਲਾ ਠੋਕ ਕੇ ਉਹਨੂੰ ਮਾਰਿਆ ਸੀ ਤੇ ਜੂੰਦੇ ਨੂੰ ਅੱਗ ਲਾਈ ਸੀ ਬਾਅਦ ਵਿੱਚ। ਇਸ ਤਰ੍ਹਾਂ ਇਹਨੇ ਆਪਣਾ ਕੀਤਾ ਪਾਇਆ। ਉਹਨਾਂ ਸਾਹਿਬਜ਼ਾਦੇ ਸਾਧ ਸੰਗਤ ਜੀ ਸ਼ਹੀਦੀ ਦਾ ਦਿਨ ਹੈ, ਜੋ ਜੋਤੀ ਸਰੂਪ ਸਥਾਨ ਸਰਹੰਦ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਪਣੇ ਨਗਰ ਦੀ ਸੰਗਤ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਇਸੇ ਤਰ੍ਹਾਂ ਜੋ ਬਾਬਾ ਮੋਤੀ ਮਹਿਰਾ ਜੀ, ਜਿਨ੍ਹਾਂ ਨੇ ਸੇਵਾ ਕੀਤੀ ਸੀ ਸਾਹਿਬਜ਼ਾਦਿਆਂ ਦੀ, ਪਤਾ ਲੱਗਣ 'ਤੇ ਜਦੋਂ ਟੌਟ ਲੋਕਾਂ ਨੇ ਦੱਸਿਆ ਵੀ ਇਹਨੇ ਸੇਵਾ ਕੀਤੀ ਸਾਹਿਬਜ਼ਾਦਿਆਂ ਦੀ, ਸਾਧ ਸੰਗਤ ਜੀ ਉਹਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। 3 ਸਾਲ ਦਾ ਬੱਚਾ ਸੀ, ਉਹ ਵੀ ਕੋਲੂ ਵਿੱਚ ਪੀੜ ਦਿੱਤਾ, ਤੇ ਬਾਬਾ ਮੋਤੀ ਮਹਿਰਾ ਜੀ ਦਾ ਸਾਰਾ ਪਰਿਵਾਰ ਸ਼ਹੀਦੀ ਪਾ ਗਿਆ। ਇਸ ਪ੍ਰਕਾਰ ਜਿਨ੍ਹਾਂ ਨੇ ਮਦਦ ਕੀਤੀ ਹੈ ਉਹਨਾਂ ਵੀ ਸ਼ਹੀਦੀਆਂ ਪਾਈਆਂ ਧਰਮ ਦੀ ਖਾਤਰ। ਇਸ ਤਰ੍ਹਾਂ ਮਹਾਰਾਜ ਨੇ ਸਾਧ ਸੰਗਤ ਜੀ ਧਰਮ ਦੀ ਖਾਤਰ ਆਪਣੇ ਪੁੱਤਰਾਂ ਦਾ ਬਲੀਦਾਨ ਕੀਤਾ। ਸਾਡੇ ਦਾੜੀਆਂ ਕੇਸ ਰੱਖਣ ਵਾਸਤੇ, ਸਾਡੇ ਦਾੜੀਆਂ ਕੇਸਾਂ ਨੂੰ ਬਚਾਉਣ ਵਾਸਤੇ ਆਪਣੇ ਸਾਹਿਬਜ਼ਾਦਿਆਂ ਦਾ ਬਲੀਦਾਨ ਦਿੱਤਾ ਮਹਾਰਾਜ ਜੀ ਨੇ। ਐਸੇ ਗੁਰੂ ਸੱਚੇ ਪਾਤਸ਼ਾਹ ਜੀ ਦਾ ਆਪਾਂ ਕੀ ਦੇਣ ਦੇ ਸਕਦੇ ਹਾਂ। ਐਸੇ ਗੁਰੂ ਮਹਾਰਾਜ ਨੂੰ ਕਿਉਂ ਅਸਾਂ ਨੇ ਭੁਲਾਇਆ ਹੈ, ਕਿਉਂ ਕਿਰਤ ਭਗਣ ਬਣੇ ਹੋਏ ਦਾੜੀਆਂ ਕੇਸ ਮਨਾ ਕੇ। ਸਾਧ ਸੰਗਤ ਜੀ ਇਹਦਾ ਲੇਖਾ ਸਾਨੂੰ ਦੇਣਾ ਪਏਗਾ। ਜਿਸ ਗੁਰੂ ਸਾਹਿਬ ਨੇ ਆਪਣੇ ਸਾਰਾ ਪਰਿਵਾਰ ਵਾਰ ਦਿੱਤਾ ਸਾਡੇ ਵਾਸਤੇ, ਉਸ ਗੁਰੂ ਨੂੰ ਕਿਉਂ ਭੁਲਾਉਣਾ ਹੈ। ਕਿਸੇ ਨੇ ਲਿਖਿਆ ਹੈ, ਕਹਿੰਦੇ ਸਿੰਘਾ ਜਦੋਂ ਕੇਸ ਦਾੜੀ ਮਨਾ ਲੈਂਦਾ ਹੈ, ਆਪਣੀ ਅਣਖ ਤੇ ਸ਼ਾਨ ਮੁਕਾ ਲੈਂਦਾ ਹੈ। ਸਿਰ ਕੱਟ ਜਾਂਦੇ ਸੀ, ਨਹੀਂ ਸੀ ਕਿਸੇ ਅੱਗੇ ਝੁਕਦੇ, ਅੱਜ ਉਹ ਸਿਰ ਨਾਈ ਅੱਗੇ ਦਿਖੇ ਝੁਕਦੇ। ਵੇਖ ਕਿੰਨਾ ਤੂੰ ਕਿਰਤਕਾਨ ਹੋ ਗਿਆ, ਤੈਨੂੰ ਇੱਦਾਂ ਨਹੀਂ ਚਾਹੀਦਾ। ਇਹ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ ਸ਼ਹੀਦੀ ਦਿੱਤੀ ਹੈ। ਮਾਤਾ ਸਾਹਿਬ ਜੀ ਨੇ ਸ਼ਹੀਦੀ ਦਿੱਤੀ, ਮਾਤਾ ਗੁਜਰ ਕੌਰ ਜੀ ਨੇ, ਜਿਸ ਸ਼ਹੀਦੀ ਦੀ ਪ੍ਰੇਰਨਾ ਲੈ ਕੇ ਲੱਖਾਂ ਮਾਈਆਂ ਨੇ ਸਾਧ ਸੰਗਤ ਜੀ ਆਪਣੇ ਗਲਾਂ ਵਿੱਚ ਟੋਟੇ ਪਵਾ ਲਏ ਇਸ ਬੱਚਿਆਂ ਨੇ ਕਰਾ ਕੇ। ਖਨੀ ਖਨੀ ਰੋਟੀ ਤੇ ਗੁਜ਼ਾਰਾ ਕੀਤਾ, ਪਰ ਆਪਣਾ ਧਰਮ ਨਹੀਂ ਸੀ ਛੱਡਿਆ। ਇਹ ਸਿੱਖਿਆ ਦਿੱਤੀ ਸਾਨੂੰ, ਭਾਵੇਂ ਕੋਈ ਬਜ਼ੁਰਗ ਹੋਵੇ, ਭਾਵੇਂ ਕੋਈ ਬੱਚਾ ਹੋਵੇ, ਭਾਵੇਂ ਕੋਈ ਜਵਾਨ ਹੋਵੇ, ਆਪਣਾ ਧਰਮ ਨਹੀਂ ਛੱਡਣਾ ਚਾਹੀਦਾ। ਸਾਧ ਸੰਗਤ ਜੀ ਨਾ ਸਾਹਿਬਜ਼ਾਦੇ ਨੇ ਛੱਡਿਆ ਸੀ, ਉਹਨਾਂ ਨੇ ਠੋਕਰਾਂ ਮਾਰੀਆਂ ਸਨ ਵੱਡੇ ਵੱਡੇ ਸੁੱਖਾਂ ਨੂੰ, ਵੱਡੇ ਵੱਡੇ ਰਾਜ ਭਾਗਾਂ ਨੂੰ। ਅਸਾਂ ਕੋਈ ਐਸੇ ਗੁਰੂ ਨੂੰ ਭੁਲਾਇਆ ਹੈ, ਐਸੇ ਗੁਰੂ ਨੂੰ ਭੁਲਾਉਣਾ ਨਹੀਂ ਚਾਹੀਦਾ। ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਕੇਸ ਦਾੜੀ ਰੱਖ ਕੇ ਸਾਧ ਸੰਗਤ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ।
ਹੋਰ ਅਸੀਂ ਗੁਰੂ ਸਾਹਿਬ ਨੂੰ ਕੀ ਦੇ ਸਕਦੇ ਹਾਂ, ਹੋਰ ਸਾਡੇ ਕੋਲ ਹੈ ਵੀ ਕੀ ਜਿਹੜਾ ਦੇ ਸਕਦੇ ਹਾਂ। ਇਹੀ ਹੈ ਕਿ ਅਸੀਂ ਗੁਰੂ ਵਾਲੇ ਬਣ ਕੇ ਉਹਨਾਂ ਦੇ ਦਿਨਾਂ ਨੂੰ ਮਨਾਈਏ, ਸਿੱਖੀ ਧਰਮ ਵਿੱਚ ਕਾਇਮ ਰਹੀਏ। ਇਹ ਖਾਲਸੇ ਨੂੰ ਕੋਈ ਖਤਮ ਨਹੀਂ ਕਰ ਸਕੇਗਾ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਜੋ ਅੜੇਗਾ ਉਹ ਝੜ ਜਾਏਗਾ ਖਾਲਸੇ ਨਾਲ, ਜਿਹੜਾ ਮਿਲ ਕੇ ਰਹੇਗਾ ਉਹ ਸਭ ਚੀਜ਼ਾਂ ਪ੍ਰਾਪਤ ਕਰ ਲਏਗਾ। ਇਹ ਖਾਲਸੇ ਨੂੰ ਖਤਮ ਕਰਨ ਵਾਸਤੇ ਵੇਖੋ ਕਿੰਨੇ ਆਏ ਹੈ, ਕੀ ਨਹੀਂ ਕੀਤਾ ਹੈ। ਖਾਲਸੇ ਨੂੰ ਖਤਮ ਕਰਨ ਵਾਸਤੇ ਚਰਖੜੀਆਂ ਲਾਈਆਂ ਗਈਆਂ, ਇਹ ਖਾਲਸੇ ਨੂੰ ਖਤਮ ਕਰਨ ਵਾਸਤੇ ਖੋਪੜ ਲਾਏ ਗਏ, ਇਹ ਖਾਲਸੇ ਨੂੰ ਖਤਮ ਕਰਨ ਵਾਸਤੇ ਸਾਧ ਸੰਗਤ ਜੀ ਬੰਦ ਕੱਟਿਆ ਗਿਆ, ਆਰਿਆਂ ਨਾਲ ਚੀਰ ਕੇ 2 ਹਾੜ ਕੀਤੇ ਗਏ। ਪਰ ਇਹ ਖਾਲਸਾ ਖਤਮ ਨਾ ਹੋਇਆ, ਖਤਮ ਨਹੀਂ ਹੋਏਗਾ। ਮਹਾਰਾਜ ਦਾ ਖਾਲਸਾ ਦਾ ਵਸਦਾ ਰਹੇਗਾ। ਪਰ ਇਹ ਖਾਲਸਾ ਤਾਂ ਬਣ ਸਕਦੇ ਹਾਂ ਜੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਦਾੜਾ ਕੇਸ ਰਖਾ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਸਕੀਏ, ਤਾਂ ਸਾਡਾ ਸਾਥ ਵੀ ਭਲਾ ਹੋ ਸਕਦਾ ਹੈ। ਮਹਾਰਾਜ ਕਿਰਪਾ ਕਰ ਸਕਦੇ ਸਾਡੇ ਉੱਪਰ। ਗੁਰੂ ਕਹਿੰਦੇ ਆ ਖਾਲਸਾ ਗੁਰੂ, ਗੁਰੂ ਖਾਲਸਾ, ਅਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮੇਸ਼ਰ ਦੀ ਮੌਜ ਨਾਲ ਖਾਲਸਾ ਪ੍ਰਗਟ ਕੀਤਾ। ਸਾਧ ਸੰਗਤ ਜੀ, ਉਹ ਖਾਲਸਾ ਆਪਾਂ ਬਣੀਏ। ਕਾਹਨੂੰ ਆਪਾਂ ਕਿਰਤਕਣ ਹੋ ਗਏ ਹਾਂ, ਗੁਰੂ ਸਾਹਿਬ ਨੂੰ ਕਾਹਨੂੰ ਭੁਲਾ ਦਿੱਤਾ, ਉਹਨੇ ਸ਼ਹੀਦਾਂ ਨੂੰ ਕਾਹਨੂੰ ਭੁਲਾ ਦਿੱਤਾ ਹੈ। ਆਪਣਾ ਬਲੀਦਾਨ ਜਿਨ੍ਹਾਂ ਨੇ ਦਿੱਤਾ ਸਾਡੀ ਖਾਤਰ, ਸਾਡੇ ਕੇਸ ਦਾੜੀ ਵੱਜ ਜਾਣ, ਇਸੇ ਕਰਕੇ ਬਲੀਦਾਨ ਦਿੱਤਾ। ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਇਆਂ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦਾ ਦੇਣ ਦਿੱਤਾ ਨਹੀਂ ਜਾ ਸਕਦਾ, ਜਿਨ੍ਹਾਂ ਨੇ ਧਰਮ ਦੀ ਖਾਤਰ, ਧਰਮ ਦੀ ਨੀਂਹ ਜਿਹੜੀ ਕਾਇਮ ਰੱਖਣ ਵਾਸਤੇ ਮਹਾਰਾਜ ਨੇ ਸਭ ਕੁਝ ਕੀਤਾ। ਜੇ ਗੁਰੂ ਸਾਹਿਬ ਆਪਣੇ ਪੁੱਤਰਾਂ ਦਾ ਬਲੀਦਾਨ ਨਾ ਦਿੰਦੇ, ਧਰਮ ਨਹੀਂ ਸੀ ਸਾਧ ਸੰਗਤ ਜੀ ਕਾਇਮ ਰਹਿਣਾ। ਸਾਡੇ ਵਰਗੇ ਨੇ ਸ਼ੁਕਰਿਆ ਲੋਕਾਂ ਨੇ, ਅਕਿਰਤਕਣਾਂ ਨੇ ਹੀ ਕਹਿਣਾ ਸੀ, ਜੇ ਗੁਰੂ ਏਡੇ ਬਹਾਦਰ ਸਨ, ਜਿੱਥੇ ਇਹਨੇ ਸਿੰਘ ਸ਼ਹੀਦ ਕਰਾਏ ਦਿੱਤੇ, ਉੱਥੇ ਆਪਣੇ ਪੁੱਤਰ ਕਿਉਂ ਨਾ ਸ਼ਹੀਦ ਕਰਾ ਦਿੱਤੇ। ਅਸੀਂ ਇਹੋ ਜਿਹੇ ਲੋਕ ਹਾਂ ਕਹਿਣ ਕਹਾਉਣ ਵਾਲੇ। ਜੇ ਸਾਹਿਬਜ਼ਾਦੇ ਮਨ ਸ਼ਹੀਦ ਕਰਾ ਦਿੱਤੇ ਹੈ, ਹੁਣ ਸਾਨੂੰ ਉਹਨਾਂ ਬਚਨਾਂ ਦੇ ਪਹਿਰਾ ਦਿੰਦਿਆਂ ਹੋਇਆ ਖਾਲਸਾ ਸੱਜ ਕੇ ਰਹਿਣਾ ਚਾਹੀਦਾ ਹੈ। ਤਾਂ ਸਾਡਾ ਸਾਥ ਵੀ ਲੋਕ ਸੁਖੀਪਰ ਲੋਕ ਸਹੇਲੇ ਹੋ ਸਕਦਾ ਹੈ। ਉਹਨਾਂ ਸ਼ਹੀਦਾਂ ਨੂੰ ਬੇਅੰਤ ਜਿਹੜਾ ਹੈ ਸਾਧ ਸੰਗਤ ਜੀ ਕੋਟ ਪ੍ਰਣਾਮ, ਜਿਨ੍ਹਾਂ ਨੇ ਸਾਡੇ ਵਾਸਤੇ ਨਾ ਬਲੀਦਾਨ ਦਿੱਤਾ। ਮਹਾਰਾਜ ਜੀ ਕਹਿੰਦੇ ਆ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੂਰਾ ਸੋ ਪਹਿਚਾਨੀਐ, ਜੋ ਲੜੈ ਜੀਨ ਕੇ ਹੇਤ। ਪੁਰਜਾ ਕੱਟ ਮਰੈ, ਕਬਹੂ ਨਾ ਛਾਡੇ ਖੇਤ। ਉਹਨਾਂ ਸੂਰਮਿਆਂ ਨੇ ਖੇਤ ਨਹੀਂ ਸੀ ਛੱਡਿਆ, ਤੇ ਸਾਡੇ ਦੀਨਾਂ ਵਾਸਤੇ, ਮਜ਼ਲੂਮਾਂ ਵਾਸਤੇ, ਧਰਮ ਦੀ ਰੱਖਿਆ ਵਾਸਤੇ, ਹਿੰਦ ਨੂੰ ਕਾਇਮ ਰੱਖਣ ਵਾਸਤੇ ਬਲੀਦਾਨ ਦਿੱਤਾ ਸੀ। ਅੱਜ ਨਿਸ਼ੁਕਰੇ ਲੋਕਾਂ ਨੇ ਭਾਵੇਂ ਇਹ ਭੁਲਾ ਲਿਆ ਹੈ, ਪਰ ਸਾਧ ਸੰਗਤ ਜੀ ਜਿੰਨਾ ਭੁਲਾਇਆ ਉਹ ਕੀ ਕਰ ਲੈਣਗੇ। ਕਿੱਥੇ ਗਏ ਉਹ ਅੰਗਰੇਜ਼ ਲੋਕ ਜਿਨ੍ਹਾਂ ਨੇ ਜਾਤੋ ਦੇ ਵਿੱਚ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ ਸਨ। ਉਹ ਕਿੱਥੇ ਰਹਿ ਗਏ ਅੰਗਰੇਜ਼? ਨਾ ਅੰਗਰੇਜ਼ ਰਹੇ ਨਾ ਮੁਗਲ ਰਹੇ ਆ। ਇਸੇ ਤਰ੍ਹਾਂ ਉਹ ਹਿੰਦ ਵੀ ਨਹੀਂ ਰਹੂਗਾ ਜੇ ਖਾਲਸੇ ਨਾਲ ਲੜੇਗਾ, ਉਹ ਵੀ ਝਾੜੀ ਜਾਏਗਾ ਇੱਕ ਦਿਨ। ਸੋ ਭੁੱਲਾਂ ਚੁੱਕਾਂ ਦੀ ਖਿਮਾ ਕਰ ਲਈ ਜੀ। ਗੁਰੂ ਮਹਾਰਾਜ ਹਜ਼ੂਰੀ ਵਿੱਚ ਬਚਨ ਵਿਲਾਸ ਕਰਦਿਆਂ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਗੱਜ ਵੱਜ ਕੇ ਸਤਿਗੁਰੂ ਮਹਾਰਾਜ ਦੀ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।